ਲੰਨ ਗੱਜ ਕੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਖਤਿਓ ਜੰਮੇ ਖਤੇ ਕਰਨ, ਤੈ ਖਤਿਆਂ ਵਿੱਚ ਪਾਏ। ਧੋਤੇ ਮੂਲ ਨ ਉਤਰਹਿ, ਜੇ ਸੋ ਧੋਵਨ ਪਾਹੇ। ਨਾਨਕ ਬਖਸ਼ੇ ਬਖਸ਼ੀਐ, ਨਾਹੀਂ ਤਪਾਹੀ ਪਾਹੇ। ਨਾਨਕ ਬਖਸ਼ੈ ਬਖਸ਼ੀਐ, ਨਾਹੀਂ ਤਪਾਹੀ ਪਾਹੇ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 149 ਪਰ ਸੁਭਾਏਮਾਨ 84 ਲੱਖ ਜੂਨਾਂ ਦੇ ਜੀਵਾਂ ਦੀ ਜੰਮਣ ਮਰਨ ਦਾ ਕਾਰਨ ਦੱਸਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਿੱਛੇ ਨਾਮ ਦੀ ਮਹਿਮਾ ਦੱਸੀ ਸੀ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਸਾਡੇ ਸੰਸਾਰ ਵਿੱਚ ਵਾਰ-ਵਾਰ ਜੰਮਣ ਮਰਨ ਦੇ ਕਾਰਨਾਂ ਦੀ ਗੱਲ ਕਰਦੇ ਹੈ। ਤੇ ਕਾਰਨ ਕੀ ਹੈ ਇਸ ਦਾ? ਗੁਨਾਹਾਂ, ਗਲਤੀਆਂ। ਖੱਤੇ ਕਹਿੰਦੇ ਆ ਗੁਨਾਹ ਕਰਨੇ। ਖੱਤਿਓ ਜੰਮੇ, ਗੁਨਾਹ ਕਰਕੇ ਹੀ ਇਹ ਜੀਵ ਦੁਨੀਆ ਵਿੱਚ 84 ਲੱਖ ਜੂਨਾਂ ਵਿੱਚ ਪਿਆ। ਪਰਮੇਸ਼ਰ ਦੀ ਹੁਕਮ ਅਦੂਲੀ ਕੀਤੀ। ਇੱਕ ਪੁਰਾਤਨ ਕਹਾਣੀ ਹੈ ਬਈ ਕਿਸੇ ਵੇਲੇ ਇਹ ਜੀਵ ਪਰਮੇਸ਼ਰ ਦੇ ਹਜ਼ੂਰ 'ਚ ਰਹਿੰਦੇ ਸਨ। ਔਰ ਪਰਮੇਸ਼ਰ ਨੇ ਇੱਕ ਕੰਮ ਤੋਂ ਵਰਜਿਆ ਇਹਨਾਂ ਨੂੰ ਵੀ ਆਹ ਕੰਮ ਨਹੀਂ ਕਰਨਾ। ਤੇ ਜਦੋਂ ਜੀਵ ਨੇ ਉਹੀ ਕੰਮ ਕੀਤਾ, ਉਹੀ ਗਲਤੀ ਕੀਤੀ ਜਿਹੜੀ ਤੋਂ ਰੋਕਿਆ ਸੀਗਾ, ਤਾਂ ਪਰਮੇਸ਼ਰ ਨੇ ਆਪਣੀ ਦਰਗਾਹ ਵਿੱਚੋਂ ਉਹ ਜੀਵ ਨੂੰ ਦੁਨੀਆ ਵਿੱਚ ਭੇਜ ਦਿੱਤਾ। ਕਹਿੰਦੇ ਜਾ ਹੁਣ ਤੂੰ ਇਹ ਗਲਤੀ ਸੁਧਾਰ ਕੇ ਆ। ਤੇ ਗਲਤੀ ਸੁਧਾਰਨ ਦਾ ਢੰਗ ਕੀ ਹੈ? ਗੁਰੂ ਵਾਲੇ ਬਣਨਾ, ਗੁਰੂ ਨੂੰ ਪੁੱਛਣਾ, ਗੁਰੂ ਦੇ ਲੜ ਲੱਗਣਾ। ਇਹ ਮਾਤਲੋਕ ਜਿਹੜਾ ਹੈ ਗੁਰੂ ਇੱਥੇ ਹੀ ਮਿਲਣਾ। ਤੇ ਇੱਥੇ ਸਾਨੂੰ ਭੇਜਿਆ ਹੀ ਗਲਤੀਆਂ ਸੁਧਾਰਨ ਵਾਸਤੇ। ਪਰਮੇਸ਼ਰ ਨੇ ਮਨੁੱਖ ਨੂੰ ਦੁਨੀਆ ਵਿੱਚ ਭੇਜਿਆ ਹੀ ਇਸੇ ਵਾਸਤੇ ਆ ਕਿ ਜਾ ਗੁਰੂ ਨੂੰ ਪੁੱਛ, ਤੂੰ ਦੁਬਾਰਾ ਮੈਨੂੰ ਕਿਵੇਂ ਮਿਲ ਸਕਦਾ ਹੈ। ਉੱਥੇ ਪਰਮੇਸ਼ਰ ਪਾਰ ਬ੍ਰਹਮ ਹੈ, ਇੱਥੇ ਗੁਰੂ ਨਾਨਕ ਗੁਰ ਬ੍ਰਹਮ ਹੈ। ਪਰਮੇਸ਼ਰ ਤੋਂ ਵਿਛੜ ਕੇ ਜੀਵ ਸੰਸਾਰ ਰੂਪੀ ਪੇਕਿਆਂ ਵਿੱਚ ਆ ਗਿਆ। ਜਿਵੇਂ ਕੋਈ ਬੱਚੀ, ਕੋਈ ਇਸਤਰੀ ਗਲਤੀ ਕਰਕੇ ਆਪਣੇ ਪਤੀ ਤੋਂ ਵਿਛੜ ਕੇ ਉਸ ਨੂੰ ਉਹ ਪਤੀ ਛੱਡ ਦਿੰਦਾ ਹੈ, ਉਹ ਪੇਕੇ ਚਲੀ ਜਾਂਦੀ ਹੈ। ਫਿਰ ਕਿਹਨੂੰ ਪੁੱਛਦੀ ਆ? ਆਪਣੀ ਮਾਂ ਨੂੰ ਕਿ ਮੈਂ ਆਪਣੇ ਉਸ ਮਾਲਕ ਨੂੰ, ਉਸ ਪਤੀ ਨੂੰ ਦੁਬਾਰਾ ਕਿਵੇਂ ਮਿਲ ਸਕਦੀ ਹਾਂ। ਉਹਦੀ ਮਾਂ ਹੀ ਸਿਆਣੀ ਹੋਵੇ ਤਾਂ ਫਿਰ ਉਸ ਦਾ ਸਹੀ ਮਾਰਗਦਰਸ਼ਨ ਕਰਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਉਦਾਹਰਨਾਂ ਹਨ। ਭਾਦੋਏ ਭਰਮ ਭੁਲਾਇਆ, ਦੂਜੈ ਲੱਗਾ ਹੇਤ। ਲੱਖ ਸ਼ਿਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਹੜੀ ਜੀਵ ਇਸਤਰੀ ਆਪਣੇ ਮਾਲਕ ਦਾ ਹੁਕਮ ਨਹੀਂ ਮੰਨਦੀ, ਫਿਰ ਉਹਦੇ ਕੇਵਲ ਸ਼ਿੰਗਾਰਾਂ 'ਤੇ ਖੁਸ਼ ਨਹੀਂ ਹੁੰਦਾ। ਜੇ ਕਹੇ ਨਾ ਮੈਂ ਸ਼ਿੰਗਾਰਾਂ ਨਾਲ ਖੁਸ਼ ਕਰ ਲਵਾਂ ਪਰ ਸੱਚ ਨਹੀਂ ਬੋਲਦੀ,
ਉਹਦਾ ਹੁਕਮ ਨਹੀਂ ਮੰਨਦੀ ਤਾਂ ਫਿਰ ਉਹਨੂੰ ਪ੍ਰਵਾਨ ਨਹੀਂ ਕਰਦਾ। ਜਿਵੇਂ ਸੰਸਾਰੀ ਉਦਾਹਰਨ ਹੈ, ਇਵੇਂ ਦਰਗਾਹੀ ਉਦਾਹਰਨ ਹੈ। ਇਹ ਜੀਵ ਜਿਹੜਾ ਪਰਮੇਸ਼ਰ ਦੇ ਹੁਕਮ 'ਚੋਂ ਬਾਹਰ ਨਿਕਲ ਜਾਂਦਾ ਹੈ, ਇਹੋ ਹੀ ਇਹਦੇ ਭਟਕਣ ਦਾ ਕਾਰਨ ਹੈ। ਤਾਂ ਉੱਥੇ ਪਾਰ ਬ੍ਰਹਮ ਤੋਂ ਵਿਛੜ ਕੇ ਇਹ ਜੀਵ ਆਤਮਾ ਮਾਤ ਲੋਕ ਦੀਆਂ ਟੇਢੀਆਂ ਜੂਨਾਂ ਵਿੱਚ ਪੈ ਗਈ। ਉਸ ਪਰਮੇਸ਼ਰ ਨੇ ਦਇਆ ਕੀਤੀ ਜਿਨ੍ਹਾਂ 'ਤੇ ਉਹਨਾਂ ਨੂੰ ਟੇਢੀਆਂ ਜੂਨਾਂ 'ਚੋਂ ਕੱਢ ਕੇ ਮਨੁੱਖਾ ਜਾਮਾ ਦੇ ਦਿੱਤਾ, ਅਤੇ ਮਨੁੱਖ ਜਾਮਾ ਲੈ ਕੇ ਅਸੀਂ ਗੁਰੂ ਨੂੰ ਮਿਲਣਾ। ਅਤੇ ਆਪ ਹੀ ਪਰਮੇਸ਼ਰ ਦੂਜਾ ਰੂਪ ਧਾਰ ਕੇ ਦੁਨੀਆ ਵਿੱਚ ਗੁਰੂ ਬਣ ਕੇ ਆਇਆ ਇਹ ਦੱਸਣ ਲਈ ਮੈਂ ਤੂੰ ਉਸ ਪਰਮੇਸ਼ਰ ਨਾਲ ਕਿਵੇਂ ਮਿਲ ਸਕਦਾ। ਵੈਸੇ ਗੁਰ ਪਰਮੇਸ਼ਰ ਇੱਕੋ ਹੀ ਰੂਪ ਆ, ਸਰਗੁਣ ਹੈ ਇੱਥੇ, ਉੱਥੇ ਨਿਰਗੁਣ ਹੈ। ਅਤੇ ਉਹਦੇ ਨਾਲ ਮਿਲਣ ਦਾ ਢੰਗ ਵੀ ਉਹ ਆਪ ਹੀ ਦੱਸਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਲਹਿਣਾ ਜੀ ਜਿਸ ਵੇਲੇ ਦੇਵੀ ਦੀ ਯਾਤਰਾ ਨੂੰ ਜਾਂਦੇ ਆ ਹਰ ਸਾਲ ਛਮਾਹੀ, ਇੱਕ ਵਾਰੀ ਉਹਨਾਂ ਨੂੰ ਸੁਬਹ ਖੇਤਾਂ ਵੱਲ ਗਏ ਅਤੇ ਇੱਕ ਗੁਰੂ ਨਾਨਕ ਦਾ ਸਿੱਖ ਖੇਤ ਵਿੱਚ ਅੰਮ੍ਰਿਤ ਵੇਲੇ ਨਾਲੇ ਤਾਂ ਪਾਣੀ ਲਾ ਰਿਹਾ, ਗਾਂਧੀ ਜੋੜੀ ਹੋਈ ਆ, ਹਲਟ ਜੋੜਿਆ, ਬਲਦਾਂ ਨੂੰ ਹੱਕ ਰਿਹਾ ਅਤੇ ਨਾਲੇ ਬਾਣੀ ਪੜ੍ਹ ਰਿਹਾ। ਅਤੇ ਲਹਿਣਾ ਜੀ ਦੇ ਕੰਨ ਵਿੱਚ ਉਹ ਬਾਣੀ ਪਈ, ਕੁਝ ਸਮਝ ਆਈ, ਕੁਝ ਚੰਗੀ ਲੱਗੀ। ਨੇੜੇ ਆ ਕੇ ਪੁੱਛਿਆ ਕੀ ਗਾ ਰਹੇ ਸੀ? ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਅਤੇ ਕਹਿਣ ਲੱਗੇ ਉਹ ਕਿੱਥੇ ਆ? ਤਾਂ ਸਿੱਖ ਨੇ ਦੱਸਿਆ ਵੀ ਜੇ ਉਹਨਾਂ ਨੂੰ ਮਿਲਣਾ ਹੈ ਤਾਂ ਉਹ ਕਰਤਾਰਪੁਰ ਰਹਿੰਦੇ ਆ। ਅੱਛਾ, ਜ਼ਰੂਰ ਮਿਲਾਂਗੇ, ਐਸੇ ਮਹਾਂਪੁਰਸ਼ਾਂ ਨੂੰ ਤਾਂ ਮਿਲਣਾ ਚਾਹੀਦਾ। ਇਹ ਵੀ ਉਦੋਂ ਹੀ ਸਾਡੇ ਅੰਦਰ ਭਾਵਨਾ ਬਣਦੀ ਹੈ ਜਦੋਂ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਕਰਮ ਉਗੜਦੇ ਆ ਨਾ, ਫਿਰ ਸਾਨੂੰ ਉਹ ਚੰਗਾ ਕਰਮ ਜਿਹੜਾ ਹੈ ਸਾਡੇ ਅੰਦਰ ਮਿਲਣ ਦੀ, ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲਣ ਦੀ ਭਾਵਨਾ ਬਣਾਉਂਦਾ। ਫਿਰ ਰੱਬ ਦੇ ਰਸੀਏ ਦਾ ਮਿਲਾਪ ਹੁੰਦਾ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਅਤੇ ਲਹਿਣਾ ਜੀ ਦੇ ਮਨ ਵਿੱਚ ਹੁਣ ਹਰ ਵੇਲੇ ਖਿਆਲ ਰਹਿੰਦਾ ਹੈ ਉਹ ਰਸਤਾ ਤਾਂ ਦੇਵੀ ਦੇ ਚਾਲੇ ਨੂੰ ਜਾਂਦਾ ਹੈ, ਰਸਤੇ ਵਿੱਚ ਕਰਤਾਰਪੁਰ ਪੈਂਦਾ, ਮੈਂ ਜਾਂਦਾ ਹੋਇਆ ਮਿਲਾਂਗਾ। ਅਤੇ ਜਦੋਂ ਜਾਣ ਲੱਗੇ ਅਤੇ ਜਦੋਂ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਆਪਣੇ ਸੰਗੀਆਂ ਸਾਥੀਆਂ ਨੂੰ ਬਾਹਰ ਬਿਠਾ ਕੇ ਲਹਿਣਾ ਜੀ ਕਹਿਣ ਲੱਗੇ, ਘੋੜੀ 'ਤੇ ਚੜ੍ਹੇ ਹੋਏ, ਘੋੜੀਆਂ 'ਤੇ ਜਾਂਦੇ ਯਾਤਰਾ 'ਤੇ ਲੋਕ ਉਦੋਂ, ਸਾਥੀਆਂ ਨੂੰ ਕਹੇ ਤੁਸੀਂ ਇੱਥੇ ਬੈਠੋ, ਮੈਂ ਨਗਰ ਦੇ ਵਿੱਚ ਜਾ ਆਵਾਂ, ਕਿਸੇ ਨੂੰ ਮਿਲ ਕੇ ਆਉਣਾ। ਬਾਕੀਆਂ ਨੂੰ ਉੱਥੇ ਬਿਠਾ ਕੇ ਅੰਦਰ ਚਲੇ ਗਏ। ਜਦ ਅੰਦਰ ਗਏ, ਗਲੀ ਵਿੱਚ ਜਾ ਰਹੇ ਆ, ਅੱਗੋਂ ਇੱਕ ਬਜ਼ੁਰਗ ਮਿਲ ਗਿਆ। ਉਸੇ ਬਜ਼ੁਰਗ ਨੂੰ ਲਹਿਣਾ ਜੀ ਪੁੱਛਣ ਲੱਗੇ, ਬਾਬਾ ਜੀ ਇੱਥੇ ਕੋਈ ਮਹਾਂਪੁਰਸ਼ ਰਹਿੰਦੇ ਆ ਗੁਰੂ ਨਾਨਕ ਜੀ? ਉਹ ਬਜ਼ੁਰਗ ਕਹਿੰਦਾ ਹਾਂ ਰਹਿੰਦੇ ਤਾਂ ਹੈ, ਮੈਨੂੰ ਮਿਲਾ ਦਿਓ। ਕਹਿੰਦੇ ਚਲੋ ਮਿਲਾ ਦੇਣਾ। ਤਾਂ ਗੁਰੂ ਪਿਆਰਿਓ ਉਸ ਬਜ਼ੁਰਗ ਨੇ ਘੋੜੀ ਦੀ ਲਗਾਮ ਫੜ ਲਈ, ਲਹਿਣਾ ਜੀ ਉੱਤੇ ਬੈਠੇ ਰਹੇ ਅਤੇ ਹੌਲੀ ਹੌਲੀ ਉਸ ਘੋੜੀ ਨੂੰ ਧਰਮਸ਼ਾਲਾ ਵਿੱਚ ਲੈ ਗਏ। ਜਿੱਥੇ ਸਤਿਗੁਰਾਂ ਨੇ ਨਗਰ ਵਸਾਇਆ ਉਹ ਧਰਮਸ਼ਾਲਾ ਦੇ ਵਿੱਚ ਚਲੇ ਗਏ। ਧਰਮਸ਼ਾਲਾ ਦੀ ਡਿਓੜੀ ਵਿੱਚ ਵੜ ਕੇ ਕਹਿਣ ਲੱਗੇ, ਐਂ ਕਰ ਪੁੱਤ, ਇਹ ਘੋੜੀ ਉੱਥੇ ਬੰਨ੍ਹ ਦੇ ਅਤੇ ਇਹ ਬਿਲਡਿੰਗ ਦੇ ਵਿੱਚ, ਇਸ ਸਵਾਤ ਵਿੱਚ, ਇਸ ਹਾਲ ਵਿੱਚ ਹੋਣਗੇ, ਮਿਲ ਲਾ ਜਾ ਕੇ। ਠੀਕ ਹੈ ਜੀ। ਉਹ ਬਜ਼ੁਰਗ ਲਗਾਮ ਛੱਡ ਕੇ ਚਲਿਆ ਗਿਆ। ਲਹਿਣਾ ਜੀ ਘੋੜੀ ਬੰਨ੍ਹਦੇ ਰਹੇ ਦਰਖਤ ਨੂੰ, ਅਤੇ ਘੋੜੀ ਨੂੰ ਬੰਨ੍ਹ ਕਰਕੇ ਜਦੋਂ ਮੇਨ ਗੇਟ ਤੋਂ ਅੰਦਰ ਗਏ ਅਤੇ ਕੀ ਵੇਖਦੇ ਹੈ, ਇਹ ਤਾਂ ਉਹੀ ਬਜ਼ੁਰਗ ਆ ਜਿਹੜਾ ਮੈਨੂੰ ਬਾਹਰੋਂ ਲੈ ਕੇ ਆਇਆ। ਕੋਈ ਸਤਨਾਮ ਸੀ। ਹੈਰਾਨ ਹੋ ਗਏ, ਇਹੋ ਹੀ ਨਾਨਕ। ਔਰ ਸਾਹਮਣੇ ਆ ਗਏ, ਹੱਥ ਬੰਨ੍ਹ ਕੇ ਖੜ ਗਏ, ਮੱਥਾ ਟੇਕਣਾ ਭੁੱਲ ਹੀ ਗਏ, ਖੜੇ ਹੀ ਰਹੇ। ਤਾਂ ਪੁੱਛਣ ਲੱਗੇ, ਜੀ ਤੁਸੀਂ ਗੁਰੂ ਨਾਨਕ ਹੋ? ਕਹਿੰਦੇ ਕਿਉਂ? ਮਹਾਰਾਜ ਜੇ ਤੁਸੀਂ ਗੁਰੂ ਨਾਨਕ ਸੀ ਤੇ ਫਿਰ ਮੈਨੂੰ ਬਾਹਰ ਕਿਉਂ ਨਾ ਦੱਸਿਆ? ਮੈਂ ਤੁਰ ਕੇ ਆ ਜਾਂਦਾ, ਤੁਸੀਂ ਘੋੜੀ 'ਤੇ ਬੈਠ ਕੇ ਆ ਜਾਂਦੇ।
ਚੜ੍ਹ ਕੇ ਆ ਜਾਂਦੇ। ਧੰਨ ਗੁਰੂ ਨਾਨਕ ਦੇਵ ਜੀ ਦੇ ਕੋਈ ਨਹੀਂ ਭਾਈ, ਕੋਈ ਨਹੀਂ, ਤੇਰਾ ਨਾਂ ਕੀ ਹੈ ਜੀ? ਨਾਮ ਤਾਂ ਮੇਰਾ ਲੈਣਾ ਹੈ। ਕਹਿੰਦੇ ਬਸ ਤੂੰ ਲੈਣਾ ਤੇ ਮੈਂ ਦੇਣਾ, ਤੇ ਲੈਣ ਵਾਲੇ ਚੜ੍ਹ ਕੇ ਹੀ ਆਉਂਦੇ ਆ, ਕੋਈ ਗੱਲ ਨਹੀਂ, ਤੂੰ ਆ ਗਿਆ। ਭਾਵ ਆਪੇ ਹੀ ਬਾਹਰੋਂ ਲੈ ਕੇ ਆਇਆ ਤੇ ਆਪੇ ਹੀ ਅੰਦਰ ਬਹਿ ਕੇ ਦਰਸ਼ਨ ਦਿੰਦਾ ਰੱਬ ਬਣ ਕੇ। ਕਹੋ ਸਤਨਾਮ ਸ੍ਰੀ। ਤਾਂ ਅਕਾਲ ਪੁਰਖ ਆਪ ਹੀ ਦੁਨੀਆ ਵਿੱਚ ਗੁਰੂ ਬਣ ਕੇ ਆਇਆ। ਗੁਰ ਪਰਮੇਸ਼ਰ ਏਕੋ ਜਾਨ। ਉਸ ਤੋਂ ਬਾਅਦ ਤਾਂ ਫਿਰ ਲਹਿਣਾ ਜੀ ਗੁਰੂ ਨਾਨਕ ਜੀ ਦੇ ਹੋ ਗਏ। ਫਿਰ ਹੋਰ ਗੱਲਾਂ ਬਾਤਾਂ ਚੱਲੀਆਂ। ਪਹਿਲੇ ਬਚਨਾਂ ਨਾਲ ਹੀ ਕੀਲ ਲਿਆ, ਤੂੰ ਲੈਣਾ ਤੇ ਅਸੀਂ ਦੇਣਾ ਹੈ, ਬਸ ਲੈਣ ਵਾਲੇ ਚੜ੍ਹ ਕੇ ਹੀ ਆਉਂਦੇ ਆ, ਕੋਈ ਗੱਲ ਨਹੀਂ। ਬੈਠ ਗਏ, ਗੱਲਾਂ ਬਾਤਾਂ ਹੋਈਆਂ, ਚਰਨਾਂ 'ਚ ਬਹਿ ਗਏ, ਬਚਨ ਵਿਲਾਸ ਹੋਏ। ਬੈਠੇ ਬੈਠੇ ਲਹਿਣਾ ਜੀ ਨੇ ਫੁਰਨਾ ਬਣਾ ਲਿਆ ਦਿਮਾਗ 'ਚ, ਬਈ ਜੇ ਮੈਨੂੰ ਹੁਣ ਇੱਕ ਵਾਰੀ ਛੁੱਟੀ ਦੇ ਦੇਣ, ਮੈਂ ਘਰੇ ਜਾ ਆਵਾਂ, ਘਰੇ ਦੱਸ ਆਵਾਂ ਤੇ ਮੁੜ ਕੇ ਸਦਾ ਲਈ ਇੱਥੇ ਰਹਾਂ। ਸੋਚਿਆ ਅੰਦਰ। ਤੇ ਗੁਰੂ ਨਾਨਕ ਦੇਵ ਜੀ ਸਨ, ਉਹ ਬਜ਼ੁਰਗ ਕੋਈ ਹੋਰ ਨਹੀਂ, ਆਪ ਹੀ ਗੁਰੂ ਨਾਨਕ ਦੇਵ ਜੀ ਸਨ। ਕਹਿਣ ਲੱਗੇ ਚੰਗਾ ਭਾਈ, ਤੂੰ ਇੱਕ ਵਾਰੀ ਘਰੇ ਜਾਇਆ, ਫਿਰ ਆ ਜੀ ਸਾਡੇ ਕੋਲ ਹੀ ਰਹੀ। ਇਹ ਤਾਂ ਅੰਤਰਜਾਮੀ ਵੀ ਆ, ਮੈਂ ਇਹੀ ਤਾਂ ਸੋਚਿਆ ਸੀਗਾ, ਬਿਨਾਂ ਕਹੇ ਤੋਂ ਬੁੱਝ ਲਿਆ। ਫਿਰ ਲਹਿਣਾ ਜੀ ਘਰੇ ਆਏ, ਵਾਪਸ ਆਏ, ਆਪਣੇ ਸਾਥੀਆਂ ਨੂੰ ਕਹਿੰਦੇ ਮਿੱਤਰੋ ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ, ਤੁਸੀਂ ਜਾਇਓ ਯਾਤਰਾ ਤੇ ਮੈਂ ਨਹੀਂ ਇਦੋਂ ਗਾਂਹ ਜਾਣਾ। ਹੁਣ ਕਹੋ ਸਤਨਾਮ ਸੀ। ਸਾਥੀ ਕਹਿਣ ਤੂੰ ਸਾਡਾ ਮੁਖੀ ਆ, ਸਾਨੂੰ ਲੈ ਕੇ ਚੱਲ, ਘਰੋਂ ਲੈ ਕੇ ਆਇਆ। ਉਹ ਕਹਿੰਦਾ ਵੇਖੋ ਵੀ ਮੈਂ ਤਾਂ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ, ਆਪਣਾ ਤਾਂ ਇਹੋ ਹੀ ਟਿਕਾਣਾ, ਇਹੋ ਹੀ ਪਿੰਡ ਆ, ਹੁਣ ਤੁਸੀਂ ਚਲੇ ਜਾਓ। ਉਹਨਾਂ ਨੂੰ ਤੋਰ ਕੇ ਆਪ ਪਿੰਡ ਗਏ। ਪਿੰਡ ਜਾ ਕੇ ਬੱਚਿਆਂ ਨੂੰ ਦੱਸਿਆ ਕਿ ਮੈਂ ਕਰਤਾਰਪੁਰ ਜਾਣਾ, ਉੱਥੇ ਰਹੂੰਗਾ। ਘਰੇ ਦੱਸ ਕੇ ਇਤਿਹਾਸ ਵਿੱਚ ਸਾਖੀ ਵਿੱਚ ਲਿਖਦੇ ਆ ਕਿ 1.25 ਮਣ ਨੂਣ ਦਾ ਗੱਟਾ, 1.25 ਮਣ ਪੱਕਾ ਨੂਣ ਲੈ ਕੇ ਘਰੋਂ ਪਾਤਸ਼ਾਹ ਕੋਲ ਆ ਗਏ। ਉਦੋਂ ਲੂਣ ਬੜਾ ਔਖਾ ਮਿਲਦਾ ਸੀਗਾ, ਦਾਲ ਪਾਣੀ 'ਚ ਪੈਂਦਾ ਸੀਗਾ, ਤੇ ਇਹ ਵੀ ਭੇਟਾ ਹੀ ਸੀ। ਤੇ ਲੂਣ ਦਾ ਗੱਟਾ ਲੈ ਕਰਕੇ ਘਰੇ ਪਹੁੰਚੇ ਕਰਤਾਰਪੁਰ ਸਾਹਿਬ। ਉਸ ਵੇਲੇ ਘਰੇ ਧੰਨ ਗੁਰੂ ਨਾਨਕ ਦੇਵ ਜੀ ਹੈ ਨਹੀਂ ਸੀ। ਮਾਤਾ ਸੁਲੱਖ ਜੀ ਨੇ ਪੁੱਛਿਆ ਜੀ ਮਾਤਾ ਜੀ ਪਾਤਸ਼ਾਹ ਬਾਬਾ ਜੀ ਕਿੱਥੇ ਆ? ਉਹ ਕਹਿੰਦੇ ਖੇਤਾਂ ਵੱਲ ਗਏ ਆ ਭਾਈ, ਚੌਲ ਲਾਏ ਆ, ਉਹਨਾਂ 'ਚੋਂ ਘਾਹ ਘੂ ਕੱਢਦੇ ਆ। ਕਿਉਂਕਿ ਕਰਤਾਰਪੁਰ ਦੇ ਨਾਲ ਕਾਫੀ ਜ਼ਮੀਨ ਵੀ ਕਰੋੜੀ ਮਲ ਨੇ ਦੇਤੀ ਸੀ, ਨਾਲ ਹੀ ਨਗਰ ਦੇ ਨਾਲ ਲਾਤੀ ਸੀ, ਧਰਮਸ਼ਾਲਾ ਦੇ। ਤੇ ਲਹਿਣਾ ਜੀ ਉਸੇ ਤਰ੍ਹਾਂ ਹੀ ਗੁਰੂ ਪਿਆਰਿਓ ਨਵੇਂ ਵਸਤਰ ਪਹਿਨੇ ਆ, ਹੁਣੇ ਤਾਂ ਆਏ ਆ, ਸਿੱਧੇ ਹੀ ਖੇਤਾਂ ਵੱਲ ਚਲੇ ਗਏ। ਗਾਂ ਸੇਵਕ ਧੰਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਜਿਹੜੇ ਹਨ ਉਹ ਸੇਵਾ ਕਰੀ ਜਾਂਦੇ ਆ। ਇਹ ਵੀ ਜਾ ਕੇ ਨਮਸਕਾਰ ਕਰਕੇ ਖੜ੍ਹ ਕੇ ਕਹਿਣ ਲਓ ਜੀ ਮੈਨੂੰ ਵੀ ਦਿਓ ਇੱਕ ਦਾਤੀ, ਮੈਂ ਵੀ ਸੇਵਾ ਕਰ ਲਾਂ। ਕਹਿੰਦੇ ਲੈ ਭਾਈ ਤੂੰ ਵੀ ਕਰ ਲੈ। ਘਾਹ ਕੱਢਣਾ ਸੀਗਾ ਚੌਲਾਂ ਦੇ ਵਿੱਚੋਂ, ਖੜੇ ਪਾਣੀ 'ਚੋਂ ਪੱਟਣਾ ਪੈਂਦਾ, ਉਹ ਵੀ ਦਾਤੀ ਲੈ ਕੇ ਵੜ ਗਏ। ਪਰ ਉਹਨਾਂ ਤੋਂ ਚੌਲ ਪੱਟੇ ਜਾਣ ਲੱਗੇ ਨਾਲ ਘਾਹ ਦੇ, ਕਿਉਂਕਿ ਕਾਦੇ ਤਾਂ ਦੁਕਾਨਦਾਰੀ ਸੀ, ਖੇਤੀਬਾੜੀ ਤਾਂ ਕੀਤੀ ਨਹੀਂ ਸੀ ਕਦੇ। ਜਦੋਂ ਨਾਲ ਕਈ ਪੌਦੇ ਚੌਲਾਂ ਦੇ ਪੱਟੇ ਗਏ ਤਾਂ ਬਾਬਾ ਜੀ ਕਹਿੰਦੇ ਤੂੰ ਲੈਣਿਆ ਬਾਹਰ ਆ ਜਾ, ਤਾਂ ਇੱਥੋਂ ਇਹ ਕੰਮ ਨਹੀਂ ਹੋਣਾ, ਤੇਰੀ ਹੋਰ ਡਿਊਟੀ ਲਾਵਾਂਗੇ। ਆ ਜਿਹੜਾ ਘਾਹ ਪੱਟਿਆ ਨਾ, ਵੱਟਾਂ ਦੇ ਪਿਆ ਰੱਖਿਆ ਪੱਟ ਪੱਟ ਕੇ, ਇਹ ਇਕੱਠਾ ਕਰ ਸਾਰਾ। ਉਹਨਾਂ ਨੇ ਉਹ ਇਕੱਠਾ ਕੀਤਾ, ਇਕੱਠਾ ਕਰਕੇ ਇੱਕ ਬੇੜ ਵੱਟੀ, ਕਹਿੰਦੇ ਇਹਨੂੰ ਬੰਨ੍ਹ ਲਾ ਪੰਡ। ਪੰਡ ਬੰਨ੍ਹ ਲਈ, ਪੰਡ ਬੰਨ੍ਹ ਕੇ ਤੇ ਉਹ ਲਹਿਣਾ ਜੀ ਦੇ ਸਿਰ 'ਤੇ ਚੁਕਾਤੀ। ਚਿੱਕੜ ਚੌਂਦਾ ਵਿੱਚੋਂ, ਪਾਣੀ ਚੌਂਦਾ, ਤੇ ਮੂਹਰੇ ਮੂਹਰੇ ਲਹਿਣਾ ਜੀ ਤੇ ਪਿੱਛੇ ਪਿੱਛੇ ਬਾਬਾ ਨਾਨਕ ਜੀ ਘਰੇ ਪਹੁੰਚ ਗਏ। ਅੱਗੋਂ ਮਾਤਾ ਸੁਲੱਖਣੀ ਨੇ ਵੇਖਿਆ ਵੀ ਆਹ ਕੀ ਵਿਚਾਰਾ ਨਵਾਂ ਸਿੱਖ ਆਇਆ ਸੀ, ਕੋਈ ਆਉਂਦੇ ਨੂੰ ਗੱਚ ਕਰਤਾ ਚਿੱਕੜ ਨਾਲ। ਮਹਾਰਾਜ ਵੇਖ ਤਾਂ ਲਿਆ ਕਰੋ, ਵਿਚਾਰਾ ਨਵਾਂ ਆਇਆ ਸੀਗਾ, ਸਾਰੇ ਕੱਪੜੇ ਗੰਦੇ ਕਰਤੇ। ਸੁਲੱਖਣੀ ਕਿਹੜੇ ਕੱਪੜੇ ਗੰਦੇ ਕਰਤੇ? ਆ ਦੇਖੋ ਕਿੰਨਾ ਚਿੱਕੜ ਪੈ ਗਿਆ। ਉਹ ਚਿੱਕੜ ਥੋੜਾ ਹੀ ਹੈ ਤਾਂ ਸੈਂਟ ਛਿੜਕਿਆ ਹੈ, ਇਹ ਪੰਡ ਨਹੀਂ ਹੈ, ਇਹਦੇ ਸਿਰ 'ਤੇ ਛਤਰ ਰੱਖਿਆ ਹੈ। ਇਉਂ ਸਾਧ ਜੇ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਇਸ ਕਰਕੇ ਮੈਂ ਇਸ ਗੱਲ ਦੀ ਇਹੀ ਗੱਲ ਕਰਨ ਲੱਗਿਆ ਸੀ ਕਿ ਪਰਮੇਸ਼ਰ ਆਪ ਹੀ ਗੁਰੂ ਬਣ ਕੇ ਦੁਨੀਆ ਵਿੱਚ ਆਉਂਦਾ ਹੈ, ਤੇ ਫਿਰ ਆਪ ਹੀ ਸਾਨੂੰ ਸਿਖਾ ਕੇ, ਸਮਝਾ ਕੇ, ਗਿਆਨ ਦੇ ਕੇ, ਗੁਰ ਦੇ ਕੇ, ਸਿੱਖਿਆ ਦੇ ਕੇ ਆਪ ਦੇ ਨਾਲ ਮਿਲਾ ਲੈਂਦਾ।
ਇੱਥੇ ਰੂਪ ਹੋਰ ਹੈ, ਉੱਥੇ ਰੂਪ ਹੋਰ ਹੈ। ਇੱਥੇ ਗੁਰੂ ਹਰਗੋਬਿੰਦ ਸਾਹਿਬ ਹੈ, ਸਾਈਂ ਮੀਆਂ ਮੀਰ ਦੇ ਮੁਤਾਬਕ ਇਹੋ ਹਰਗੋਬਿੰਦ ਸਾਹਿਬ ਦਰਗਾਹ ਵਿੱਚ ਅਕਾਲ ਪੁਰਖ ਹੈ। ਕਹੋ ਸਤਨਾਮ ਸੀ, ਗੁਰ ਪਰਮੇਸ਼ਰ ਏਕੋ ਜਾਨ। ਪਰ ਇਹ ਮਨੁੱਖ ਜਿਹੜਾ ਹੈ ਆਪਣੀਆਂ ਗਲਤੀਆਂ ਕਰਕੇ ਪਰਮੇਸ਼ਰ ਤੋਂ ਵਿਛੜਿਆ। ਖੱਤਿਓ ਜੰਮੇ ਖੱਤੇ ਕਰਨ, ਤੇ ਇੱਥੇ ਆ ਕੇ ਵੀ ਗਲਤੀਆਂ ਨਹੀਂ ਛੱਡਦਾ। ਕਿਸੇ ਨੂੰ ਦੁੱਖ ਦਿੰਦਾ, ਕਿਸੇ ਨੂੰ ਸੁੱਖ ਦਿੰਦਾ, ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਕਰਦਾ ਮਨੁੱਖ। ਫਿਰ ਉਹ ਗਲਤੀਆਂ ਵੀ ਭੋਗਣੀਆਂ ਪੈਂਦੀਆਂ, ਉਹਨਾਂ ਦੇ ਫਲ ਭੋਗਣੇ ਪੈਂਦੇ, ਕੀਤੇ ਕਰਮਾਂ ਦੇ ਫਲ। ਉਹਨਾਂ ਕਰਮਾਂ ਨੂੰ ਭੋਗਣ ਲਈ ਫਿਰ ਅਗਲਾ ਜਨਮ ਚੱਕਣਾ ਪੈਂਦਾ। ਬਸ ਇਹੋ ਹੀ ਜੰਮਣ ਮਰਨ ਦਾ ਕਾਰਨ ਹੈ। ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਫਿਰ ਉਹ ਗਲਤੀਆਂ ਤੋਂ ਰੁਕ ਜਾਂਦਾ। ਜਿਵੇਂ ਕੋਈ ਦੁਸ਼ਮਣੀ ਪੈ ਗਈ, ਦੁਸ਼ਮਣੀ ਪੈਣ ਤੋਂ ਬਾਅਦ ਇੱਕ ਧਿਰ ਨੇ ਦੂਜਿਆਂ ਨੂੰ ਮਾਰਤਾ, ਉਹ ਮਰਦਾ ਹੋਇਆ ਸੋਚਦਾ ਮੈਂ ਬਦਲਾ ਲਊਂਗਾ, ਫਿਰ ਕਿਤੇ ਜੰਮਦਾ, ਫਿਰ ਉਹਦਾ ਬਦਲਾ ਲੈਣ ਵਾਸਤੇ ਆ ਜਾਂਦਾ। ਕੋਈ ਸਤਨਾਮ ਸੀ। ਖੱਤਿਓ ਜੰਮੇ ਖੱਤੇ ਕਰਨ, ਤੇ ਖੱਤਿਆਂ ਵਿੱਚ ਪਾਏ। ਇਹੋ ਬੰਦਾ ਗਲਤੀਆਂ ਕਾਰਨ ਦੁਨੀਆ ਵਿੱਚ ਟੇਢੀਆਂ ਜੂਨਾਂ 'ਚ ਪੈ ਗਿਆ। ਫਿਰ ਇੱਥੇ ਬੰਦਾ ਬਣ ਕੇ ਵੀ ਗਲਤੀਆਂ ਕਰਦਾ ਹੈ, ਫਿਰ ਦੁਬਾਰਾ ਖੱਤਿਆਂ ਵਿੱਚ ਪਾਹੇ। ਉਹਨਾਂ ਗਲਤੀਆਂ ਦਾ ਕਾਰਨ ਫਿਰ ਖੱਤੇ ਤੋਂ ਭਾਵ ਹੈ ਮਾਤਾ ਦੇ ਗਰਭ। ਇੱਕੋ ਖੱਤੇ ਦੇ ਦੋ ਤਿੰਨ ਅਰਥ ਬਣਨਗੇ ਇੱਥੇ। ਖੱਤਿਓ ਜੰਮੇ ਗਲਤੀਆਂ ਕਾਰਨ ਟੇਢੀਆਂ ਜੂਨਾਂ ਵਿੱਚ ਪੈ ਗਿਆ, ਫਿਰ ਦੁਨੀਆ ਵਿੱਚ ਆ ਕੇ ਖੱਤੇ ਕਾਰਨ ਫਿਰ ਗਲਤੀਆਂ ਕਰਦਾ ਹੈ। ਔਰ ਖੱਤਿਆਂ ਵਿੱਚ ਪਾਹੇ, ਤੇ ਫਿਰ ਟੇਢੀਆਂ ਜੂਨਾਂ ਵਿੱਚ 84 ਲੱਖ ਜੂਨਾਂ ਵਿੱਚ ਮਾਤਾ ਦੇ ਗਰਭ ਵਿੱਚ ਸੜਦਾ ਹੈ, ਮਾਤਾ ਦੇ ਗਰਭ ਵਿੱਚ ਜਾਂਦਾ। ਇੱਕ ਸੇਠ ਬੜਾ ਧਨੀ ਹੈ ਤੇ ਉਸ ਦਾ ਨੌਕਰ ਹੈ। ਬਹੁਤ ਵਧੀਆ ਕੰਮ ਚੱਲਦਾ ਹੈ। ਸਮਾਂ ਆਇਆ ਸੇਠ ਦਾ ਕੰਮ ਜਿਹੜਾ ਡਾਊਨ ਹੋ ਗਿਆ। ਡਾਊਨ ਹੁੰਦਾ ਹੁੰਦਾ ਦਿਵਾਲਾ ਨਿਕਲ ਗਿਆ। ਪਰ ਉਹਦਾ ਜਿਹੜਾ ਨੌਕਰ ਹੈ ਬੜਾ ਇਮਾਨਦਾਰ ਆ, ਉਹਦਾ ਪੂਰਾ ਸਾਥ ਦੇ ਰਿਹਾ ਹੈ। ਇੱਕ ਦਿਨ ਉਹਦਾ ਨੌਕਰ ਕਹਿਣ ਲੱਗਿਆ, ਸੇਠ ਜੀ ਤੁਹਾਡੀ ਹਾਲਤ ਵੇਖ ਕੇ ਮੈਂ ਬੜਾ ਦੁਖੀ ਹਾਂ। ਮੇਰੇ ਕੋਲ ਇੱਕ ਜੁਗਤੀ ਆ, ਜੇ ਆਪਾਂ ਉਹ ਜੁਗਤੀ ਵਰਤੀਏ ਨਾ ਤੇ ਦੁਬਾਰਾ ਖੜੇ ਹੋ ਸਕਦੇ ਆ, ਪਰ ਸ਼ਰਤ ਹੈ ਵੀ ਆਪਣਾ ਅੱਧੋ ਅੱਧ ਹੋਊਗਾ। ਜੁਗਤੀ ਮੈਂ ਦੱਸੂਗਾ, ਆਪਾਂ ਰਲ ਮਿਲ ਕੇ ਕੰਮ ਚਲਾਉਣੇ ਆ, ਪਰ ਆਪਾਂ ਅੱਧੋ ਅੱਧ ਦੇ ਮਾਲਕ ਹੋਵਾਂਗੇ। ਉਹ ਸੇਠ ਕਹਿੰਦਾ ਕੋਈ ਗੱਲ ਨਹੀਂ, ਆਪਾਂ ਕਾਮਯਾਬ ਹੋਣੇ ਚਾਹੀਦੇ ਆ ਭਾਈ। ਜੇ ਤੇਰੇ ਕਰਕੇ ਮੈਂ ਕਾਮਯਾਬ ਹੋ ਗਿਆ, ਆਪਣਾ ਅੱਧੋ ਅੱਧ। ਕਹਿਣ ਲੱਗੇ ਠੀਕ ਆ। ਨੌਕਰ ਨੇ ਜੁਗਤੀ ਦੱਸਤੀ, ਉਹ ਜੁਗਤ ਨਾਲ ਇਹਨਾਂ ਨੇ ਕੰਮ ਦੁਬਾਰੇ ਚਲਾ ਲਿਆ, ਸ਼ੁਰੂ ਕੀਤਾ, ਸਟਾਰਟ ਕੀਤਾ, ਤੇ ਹੌਲੀ ਹੌਲੀ ਕਾਮਯਾਬ ਹੋ ਗਏ। ਹੁਣ ਉਹ ਸੇਠ ਦੇ ਦਿਮਾਗ ਵਿੱਚ ਇਹ ਆਉਂਦਾ ਹੈ ਕਿ ਕਿੱਥੇ ਮੇਰਾ ਨੌਕਰ ਸੀ, ਕਿੱਥੇ ਬਰਾਬਰ ਬਹਿੰਦਾ। ਹੰਕਾਰ ਹੋ ਗਿਆ ਨਾ, ਹੰਕਾਰ ਹੋ ਗਿਆ ਮਨ ਵਿੱਚ, ਕਿੱਥੇ ਕਿਸੇ ਵੇਲੇ ਮੇਰਾ ਨੌਕਰ ਸੀਗਾ ਤੇ ਅੱਜ ਮੇਰੇ ਬਰਾਬਰ ਬਹਿੰਦਾ। ਦਿਮਾਗ ਦੇ ਵਿੱਚ ਫੁਰਨਾ ਐਸਾ ਆਉਣ ਲੱਗਿਆ, ਇਹ ਹੈ ਗਲਤੀ ਉਹਦੀ, ਮੈਂ ਇਹਨੂੰ ਖਤਮ ਕਰ। ਸਮਾਂ ਬਤੀਤ ਹੁੰਦਾ ਗਿਆ, ਹਟਾ ਤਾਂ ਸਕਦਾ ਨਹੀਂ ਸੀ। ਪਹਿਲਾਂ ਗੱਲਬਾਤ ਹੋਈ ਆ, ਪਰ ਇੱਕ ਵਾਰ ਇਹ ਨੌਕਰ ਬਿਮਾਰ ਪੈ ਗਿਆ। ਕੋਈ ਸਤਨਾਮ ਸੀ। ਇਹ ਨੌਕਰ ਬਿਮਾਰ ਪੈ ਗਿਆ। ਜਦੋਂ ਬਿਮਾਰ ਪੈ ਗਿਆ, ਹਸਪਤਾਲ ਦਾਖਲ ਕਰਵਾ ਦਿੱਤਾ, ਤੇ ਡਾਕਟਰਾਂ ਨੂੰ ਪੈਸੇ ਦੇ ਕੇ ਉਹ ਸੇਠ ਨੇ ਉਹਦੇ ਜ਼ਹਿਰ ਦਾ ਟੀਕਾ ਲਵਾਤਾ। ਕੋਈ ਸਤਨਾਮ ਸੀ। ਉਹ ਮਰ ਗਿਆ। ਹੁਣ ਇਹਨਾਂ ਸੇਠਾਂ ਦਾ ਕੋਈ ਬੱਚਾ ਨਹੀਂ ਸੀ, ਤੇ ਉਹਦੇ ਮਰਨ ਤੋਂ ਬਾਅਦ ਹੁਣ ਉਹਨੇ ਮਰਨ ਵੇਲੇ ਸੋਚਿਆ ਹੋਊਗਾ। ਮਰਦਾ ਹੋਇਆ ਬੰਦਾ ਪਤਾ ਲੱਗ ਜਾਂਦਾ ਕਿ ਮੈਨੂੰ ਮਾਰਨ ਦਾ ਕਾਰਨ ਬਣਾ ਦਿੱਤਾ, ਹੁਣ ਮਰੂੰਗਾ ਪਰ ਕੁਛ ਕਰ ਨਹੀਂ ਸਕਦਾ, ਉਹ ਮਰ ਜਾਂਦਾ। ਪਰ ਫੁਰਨਾ ਜ਼ਰੂਰ ਬਣਦਾ ਵੀ ਕਰੂੰਗਾ ਹਿਸਾਬ ਤੇਰੇ ਨਾਲ ਵੀ। ਇਸੇ ਕਰਕੇ ਦੁਬਾਰਾ ਜੰਮਦੀਆਂ ਕਈ ਰੂਹਾਂ ਬਦਲਾ ਲੈਣ ਵਾਸਤੇ। ਤੇ ਗੁਰੂ ਪਿਆਰਿਓ ਕਹਿੰਦੇ ਉਹ ਰੂਹ ਜਿਹੜੀ ਸੀ ਨਾ, ਇਹਦੇ ਘਰੇ ਫਿਰ ਪੁੱਤਰ ਬਣ ਕੇ ਜੰਮ ਪਿਆ। ਕੋਈ ਸਤਨਾਮ ਸੀ। ਹੁਣ ਜਿੰਨੀ ਇਹ ਸੇਠ ਨੇ ਕਮਾਈ ਕੀਤੀ ਸੀ, ਹੁਣ ਸਾਰੀ ਸਾਂਝੀ ਸੀ ਪਹਿਲਾਂ ਦੋਨਾਂ ਦੀ, ਅੱਧੋ ਅੱਧ ਸੀਗਾ, ਪਰ ਇਕੱਲਾ ਹੜੱਪਣਾ ਚਾਹੁੰਦਾ ਸੀਗਾ।
ਉਹੀ ਨੌਕਰ ਇਹਦਾ ਪੁੱਤਰ ਬਣ ਕੇ ਆ ਗਿਆ, ਜੰਮ ਪਿਆ ਇਹਦੇ ਘਰ। ਬਚਪਨ ਤੋਂ ਹੀ ਬਿਮਾਰ ਰਹਿਣ ਲੱਗਿਆ। ਹੁਣ ਪੁੱਤਰ ਹੈ, ਸਾਰੀ ਆਮਦਨ ਉਹ 'ਤੇ ਲਾਉਣ ਲੱਗਿਆ, ਖਰਚਾ ਉਹ 'ਤੇ ਕਰਨ ਲੱਗਿਆ, ਇਲਾਜ ਕਰਾਉਣ ਲੱਗਿਆ। ਚਲਦਿਆਂ ਚਲਦਿਆਂ ਉਹ ਬੱਚਾ 20 ਸਾਲ ਦਾ ਹੋ ਗਿਆ। ਕੋ ਸਤਨਾਮ ਸੀ। ਪਰ ਇਹਨਾਂ 20 ਸਾਲਾਂ ਵਿੱਚ ਜਿੰਨੀ ਸੇਠ ਨੇ ਕਮਾਈ ਕੀਤੀ ਸੀ ਉਹ ਸਾਰੀ ਖਤਮ ਹੋ ਗਈ। ਫਿਰ ਉੱਥੇ ਹੀ ਆ ਗਿਆ ਜਿੱਥੋਂ ਚੱਲਿਆ ਸੀ। ਖੱਤਿਓ ਜੰਮੇ ਖੱਤੇ ਕਰਨ ਤੇ ਖੱਤਿਆਂ ਵਿੱਚ ਪਾਏ। ਗਲਤੀਆਂ ਕਾਰਨ ਬੰਦਾ ਟੇਢੀਆਂ ਜੂਨਾਂ 'ਚ ਪੈਂਦਾ, ਫਿਰ ਗਲਤੀਆਂ ਕਰਦਾ, ਫਿਰ ਟੇਢੀਆਂ ਜੂਨਾਂ ਵਿੱਚ ਮਾਂ ਦੇ ਗਰਭ ਵਿੱਚ ਖਾਤਿਆਂ ਵਿੱਚ ਭਾਵ ਗਰਭ ਦੇ ਵਿੱਚ ਸਿੱਟਿਆ ਜਾਂਦਾ। ਇਹਨੂੰ 20 ਸਾਲ ਦਾ ਹੋ ਗਿਆ। ਸੇਠ ਨੇ ਆਪਣਾ ਚੋਣ ਪੂਣ ਸਾਰਾ ਉਹ 'ਤੇ ਲਾ ਦਿੱਤਾ, ਪਰ ਉਹ ਠੀਕ ਨਾ ਹੋਇਆ ਤੇ ਅਖੀਰ ਮੌਤ ਦਾ ਸਮਾਂ ਆ ਗਿਆ। ਸੇਠ ਸਠਾਣੀ ਬੜੇ ਰੋਂਦੇ ਆ। ਗੁਰੂ ਪਿਆਰਿਓ, ਇਹਨਾਂ ਨੇ ਉਸ ਬੱਚੇ ਦੀ ਸ਼ਾਦੀ ਵੀ ਕਰ ਲਈ, ਸ਼ਾਇਦ ਕੋਈ ਬੱਚਾ ਹੋ ਜੇ ਸਾਡੇ, ਪਰ ਬੱਚਾ ਉਹਨਾਂ ਦੇ ਨਾ ਹੋਇਆ। ਉਹ ਲੜਕੀ ਜਿਹੜੀ ਉਹ ਵਿਆਹ ਕੇ ਵੀ ਲੈ ਆਂਦੀ ਸੀ। ਹੁਣ ਕੀ ਹੋਇਆ, ਜਦੋਂ ਉਹਦੀ ਮੌਤ ਦਾ ਸਮਾਂ ਆਇਆ ਤੇ ਸੇਠ ਰੋਣ ਲੱਗਿਆ, ਹਾਏ ਮੇਰਾ ਪੁੱਤ, ਮੈਂ ਕੀ ਕਰਾਂ, ਮੈਂ ਤਾਂ ਸਭ ਕੁਝ ਤੇਰੇ ਤੇ ਲਾ ਦਿੱਤਾ। ਮਰਦੇ ਮਰਦੇ ਉਹ ਬੱਚਾ ਕਹਿੰਦਾ, ਕਿਹੜਾ ਪਿਓ ਤੇ ਕਿਹੜਾ ਪੁੱਤ, ਤੈਨੂੰ ਯਾਦ ਹੈ ਤੂੰ ਆਪਣੇ ਇੱਕ ਨੌਕਰ ਦੇ ਜ਼ਹਿਰ ਦਾ ਟੀਕਾ ਲਵਾਇਆ ਸੀ। ਕੋ ਸਤਨਾਮ ਸੀ। ਕਹਿੰਦਾ ਮੈਂ ਹੈ, ਇਹਨੂੰ ਜਵਾਕ ਨੂੰ ਕੀ ਪਤਾ ਲੱਗ ਗਿਆ। ਉਹ ਕਹਿੰਦਾ ਮੈਂ ਉਹੀ ਹਾਂ, ਆਪਣਾ ਵਾਅਦਾ ਹੋਇਆ ਸੀ ਅੱਧੋ ਵਾਧਾ, ਪਰ ਤੂੰ ਕੱਲਾ ਹੜੱਪ ਗਿਆ, ਮੈਨੂੰ ਮਰਵਾਤਾ। ਹੁਣ ਦੱਸ ਕਿੱਥੇ ਆ ਮਾਇਆ ਸਾਰੀ। ਕੋ ਸਤਨਾਮ ਸੀ। ਹੁਣ ਕਿੱਥੇ ਆ ਮਾਇਆ, ਲੱਗੀ ਨਾ ਸਾਰੀ, ਆਪਣਾ ਹਿਸਾਬ ਕਿਤਾਬ ਬਰਾਬਰ ਹੋ ਗਿਆ। ਹੁਣ ਕੋ ਸਤਨਾਮ ਸੀ। ਆਪਾਂ ਚੱਲੇ ਆ ਤੇ ਇਹਨਾਂ ਕਹਿ ਕੇ ਉਸ ਲਈ ਛੱਡ ਗਿਆ। ਜਾਂਦੇ ਜਾਂਦੇ ਨੂੰ ਉਹਦੀ ਘਰ ਵਾਲੀ ਕਹਿਣ ਲੱਗੀ, ਜਿਹੜੀ ਨਵੀਂ ਲੜਕੀ ਵਿਆਹ ਕੇ ਲਿਆਂਦੀ ਸੀ ਉਸਨੇ, ਉਹ ਕਹਿੰਦੀ ਮੇਰੀ ਕੀ ਗਲਤੀ ਹੈ। ਕਹਿੰਦਾ ਤੂੰ ਹੀ ਉਹ ਡਾਕਟਰ ਹੈ ਜਿਹਨੇ ਟੀਕਾ ਲਾਇਆ ਸੀ। ਕੋ ਸਤਨਾਮ, ਤੂੰ ਵੀ ਤੜਫ, ਜਿਵੇਂ ਮੈਨੂੰ ਤੜਫਾਇਆ ਹੋਵੇ ਤੂੰ ਵੀ ਤੜਫ। ਇਸ ਕਰਕੇ ਮਨੁੱਖ ਦਾ ਟੇਢੀਆਂ ਜੂਨਾਂ ਵਿੱਚ ਪੈਣਾ, ਜੰਮਣਾ ਮਰਨਾ, ਜੰਮਣਾ ਮਰਨਾ, ਇਹਦਾ ਕਾਰਨ ਇਹਦੀਆਂ ਗਲਤੀਆਂ ਹਨ। ਤਾਂ ਬਾਬਾ ਜੀ ਕੀ ਕਹਿੰਦੇ ਆ ਪੰਜਵੇਂ ਪਾਤਸ਼ਾਹ, ਦੱਦਾ ਦੋਸ਼ਨ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਦੀਜੈ ਅਵਰਜਨ। ਦੱਦੇ ਅੱਖਰ ਤੇ ਬਾਣੀ ਲਿਖੀ ਹੈ। ਪਾਤਸ਼ਾਹ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਇਹ ਤੇਰੇ ਹੀ ਕਰਮਾਂ ਦਾ ਫਲ ਹੈ, ਇਹਨੂੰ ਭੋਗ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਹੁਣ ਇਹਨਾਂ ਗਲਤੀਆਂ ਨੂੰ ਕੀ ਕਰੀਏ, ਤੀਰਥਾਂ ਦੇ ਨਹਾ ਕੇ ਆਈਏ, ਲੈ ਜਾਣਗੀਆਂ। ਪਾਤਸ਼ਾਹ ਕਹਿੰਦੇ ਨਹੀਂ ਲੈਂਦੀਆਂ, ਜਦ ਦਿਮਾਗ ਦੇ ਵਿੱਚੋਂ ਗਲਤੀਆਂ ਕੱਢਣੀਆਂ ਪੈਣਗੀਆਂ। ਤੀਰਥਾਂ ਦੇ ਨਹਾਤਿਆਂ ਨਹੀਂ ਲੈਣੀਆਂ। ਧੋਤੇ ਮੂਲ ਨਾ ਉਤਰੈ, ਜੇ ਸੋ ਧੋਵਨ ਪਾਹੇ। ਹੁਣ ਲੋਕ ਆਪਣੇ ਔਗਣਾਂ ਨੂੰ ਖਤਮ ਕਰਨ ਵਾਸਤੇ ਤੀਰਥਾਂ 'ਤੇ ਨਹਾਉਣ ਜਾਂਦੇ ਆ। ਤੇ ਬਾਬਾ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ, ਦੋਏ ਭਉ ਚੜ੍ਹੀ ਅਸਹੋਰ। ਇੱਕ ਡਰ ਤਾਂ ਖਤਮ ਕਰ ਲਿਆ ਵੀ ਪਿਛਲੇ ਕਰਮ ਮੇਰੇ ਜਿਹੜੇ ਨਾ ਉਹ ਖਤਮ ਹੋ ਗਏ, ਪਰ ਹੋਏ ਨਹੀਂ, ਮੰਨ ਲਿਆ ਬੰਦੇ ਨੇ। ਤੇ ਆਉਂਦਾ ਹੋਇਆ ਉੱਥੇ ਹੋਰ ਗਲਤੀਆਂ ਕਰਦਾ, ਕਿਸੇ ਦੀ ਚੋਰੀ ਕਰ ਲਈ, ਕਿਸੇ ਨਾਲ ਲੜ ਪਿਆ, ਕਿਸੇ ਨੂੰ ਕੁਝ ਨੁਕਸਾਨ ਕਰਤਾ, ਉਹਨੇ ਗਲਤੀਆਂ ਹੋਰ ਕਰਕੇ ਨਾਲ ਚੱਕ ਲਿਆਂਦੀਆਂ। ਬਲਕਿ ਇਸ ਕਰਕੇ ਪਾਤਸ਼ਾਹ ਕਹਿੰਦੇ ਕੇਵਲ ਪਾਣੀ ਵਿੱਚ ਇਸ਼ਨਾਨ ਕਰਕੇ ਇਹ ਤੇਰੇ ਔਗਣ ਖਤਮ ਨਹੀਂ ਹੋਣੇ, ਇਹਨਾਂ ਔਗਣਾਂ ਨੂੰ ਜੜੋਂ ਵੱਢਣਾ ਪੈਣਾ। ਗੁਰੂ ਨੂੰ ਪੁੱਛ ਕਿਵੇਂ ਲੈਣਗੇ। ਕੋ ਸਤਨਾਮ ਸੀ। ਗਲਤੀਆਂ ਛੱਡਣੀਆਂ ਪੈਣਗੀਆਂ। ਹੁਣ ਦੁਸ਼ਮਣੀ ਹੈ, ਕਈ ਸਾਲਾਂ ਦੁਸ਼ਮਣੀ ਚੱਲ ਰਹੀ ਹੈ। ਉਹਨਾਂ ਨੇ ਉਹਨਾਂ ਦਾ ਬੰਦਾ ਮਾਰਤਾ, ਫਿਰ ਉਹਨਾਂ ਨੇ ਉਹਨਾਂ ਦਾ ਮਾਰਤਾ, ਫਿਰ ਉਹਨਾਂ ਦੇ ਪੁੱਤਾਂ ਨੇ ਆ ਕੇ ਉਹਨਾਂ ਦਾ ਪੁੱਤ ਮਾਰਤਾ, ਫਿਰ ਉਹਨਾਂ ਦੇ ਪੁੱਤਰਿਆਂ ਨੇ ਉਹਨਾਂ ਦਾ ਪੋਤਰਾ ਮਾਰਤਾ। ਇਹ ਦੁਸ਼ਮਣੀ ਤਾਂ ਇੱਕ ਬੰਦੇ ਨੂੰ ਰੋਕਣੀ ਪੈਣੀ ਹੈ ਵੀ ਛੱਡ ਯਾਰ, ਜੋ ਹੋ ਗਿਆ ਹੋ ਗਿਆ, ਹੁਣ ਆਪਾਂ ਇਹ ਕੰਮ ਨਹੀਂ ਕਰਨਾ। ਕੋ ਸਤਨਾਮ ਸੀ। ਰੋਕਣੀ ਪੈਣੀ ਹੈ। ਜੇ ਕੋਈ ਕਹੇ ਕਿ ਤੀਰਥਾਂ ਦੇ ਨਹਾ ਕੇ ਸਾਫ਼ ਹੋ ਜਾਣਗੇ, ਬਿਲਕੁਲ ਨਹੀਂ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਤਾਂ ਇਸੇ ਤਰ੍ਹਾਂ ਦਾ ਇੱਕ ਵਚਨ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਆ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਨਾਮ ਕੀ ਕਰਦਾ ਹੈ?
ਨਾਮ ਕੀ ਕਰਦਾ ਹੈ? ਨਾਮ ਵਾਹਿਗੁਰੂ ਵੀ ਹੈ, ਰਾਮ ਵੀ ਹੈ, ਅੱਲਾ ਵੀ ਹੈ। ਨਾਮ ਦਾ ਕੰਮ ਹੈ ਸਾਡੇ ਦਿਮਾਗ ਦੇ ਵਿੱਚ ਗਿਆਨ ਪੈਦਾ ਕਰਨਾ, ਸਾਨੂੰ ਸੋਝੀ ਦੇਣੀ ਵੀ ਇਹ ਤੇਰੀ ਗਲਤੀ ਆ, ਇਹਨੂੰ ਛੱਡ ਦੇ। ਜੇ ਤਾਂ ਅਸੀਂ ਉਸ ਜ਼ਮੀਰ ਦੀ ਆਵਾਜ਼ ਸੁਣ ਕੇ ਉਹ ਗਲਤੀ ਛੱਡਤੀ ਤੇ ਅਸੀਂ ਅਗਲਾ ਕਰਮ ਬਣਾਉਣ ਤੋਂ ਬਚ ਗਏ। ਜੇ ਅਸੀਂ ਨਾ ਜ਼ਮੀਰ ਦੀ ਗੱਲ ਸੁਣੀ, ਆਤਮਾ ਦੀ ਗੱਲ ਨਾ ਸੁਣੀ, ਜਾਂ ਗੁਰਬਾਣੀ ਦੇ ਮੁਤਾਬਕ ਵੀ ਨਾ ਚੱਲੇ, ਅਸੀਂ ਉਹ ਗਲਤੀਆਂ ਫਿਰ ਕਰੀ ਜਾਂਦੇ ਹਾਂ, ਤੇ ਫਿਰ ਸਾਡਾ ਫਾਇਦਾ ਨਹੀਂ ਹੋਣਾ। ਬਾਬਾ ਜੀ ਸਿੱਧਾ ਕਹਿੰਦੇ ਆ ਬਾਣੀ ਵਿੱਚ, ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਲਾਗੋ ਭਾਓ। ਨਾ ਗੁਰੂ ਤੇ ਭਰੋਸਾ ਕਰਦਾ ਹੈ, ਨਾ ਸ਼ਬਦ ਨਾਲ ਪਿਆਰ ਕਰਦਾ ਹੈ, ਉਸ ਨੂੰ ਸੁੱਖ ਨਾ ਉਪਜੈ, 100 ਗੇੜਾ ਆਓ ਜਾਓ। ਲੈ ਵੀ ਹੁਣ ਭਾਵੇਂ 100 ਵਾਰੀ ਮੱਥਾ ਟੇਕ ਲੈ, 100 ਵਾਰੀ ਝੁਕ ਜਾ, ਜੇ ਤੂੰ ਗੁਰੂ ਦੀ ਗੱਲ ਨਹੀਂ ਮੰਨਦਾ ਫਿਰ ਕੋਈ ਫਾਇਦਾ ਨਹੀਂ ਹੋਣਾ। ਸਪਸ਼ਟ ਹੈ, ਸਤਿਗੁਰ ਕਹਿੰਦੇ ਮੈਨੂੰ ਲਾਂਭਾ ਨਾ ਦੇਈ, ਫਿਰ ਕਹੋ ਸਤਨਾਮ, ਆਪਦੀਆਂ ਗਲਤੀਆਂ ਨਹੀਂ ਛੱਡਦਾ। ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗ ਗਈ, ਜੋ ਬਾਂਸ ਵਜਾਈ ਹੈ ਫੂਕ। ਸਤਿਗੁਰੂ ਉੱਥੇ ਕੀ ਕਰੇ, ਜਦੋਂ ਬੰਦਾ ਇੱਧਰੋਂ ਸੁਣ ਕੇ ਇੱਧਰ ਦੀ ਕੱਢ ਦਿੰਦਾ। ਜੇ ਉਸ ਗੱਲ ਨੂੰ ਗ੍ਰਹਿਣ ਕਰੇ ਫਿਰ ਤਾਂ ਫਾਇਦਾ ਹੈ, ਪਰ ਗ੍ਰਹਿਣ ਕਿੱਥੇ ਕਰਦਾ? ਇੱਧਰੋਂ ਸੁਣਦਾ, ਦੂਜੇ ਪਾਸਿਓਂ ਕੱਢ ਦਿੰਦਾ, ਇਸ ਕਰਕੇ ਇਹਦਾ ਫਿਰ ਭਲਾ ਨਹੀਂ ਹੋ ਸਕਦਾ। ਉੱਥੇ ਗੁਰੂ ਕੀ ਕਰੇ ਜਦ ਬੰਦਾ ਗਲਤੀਆਂ ਨਾ ਛੱਡੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤਾ ਮਹਾਰਾਜ, ਲੱਲਾ ਬੇਗ ਤੇ ਉਹਦੀ ਹਜ਼ਾਰਾਂ ਦੀ ਫੌਜ ਦਾ ਖਾਤਮਾ ਕੀਤਾ। ਉਹ ਸਿੱਖ ਵੀ ਸ਼ਹੀਦ ਹੋਏ, ਜਿਹੜੇ ਸਿੱਖ ਬਚ ਗਏ ਉਹਨਾਂ ਦੀ ਡਿਊਟੀ ਲਾਤੀ, ਲਓ ਵੀ ਸਿੱਖ ਹੋਏ, ਜਿੰਨੇ ਮੁਸਲਮਾਨ ਮਰੇ ਨਾ ਉੱਥੇ ਖੂਹ ਹੈ ਮਹਾਰਾਜ ਗੁਰਸਰ ਮਹਾਰਾਜ, ਇਹ ਸਾਰਿਆਂ ਨੂੰ ਇਹਦੇ ਵਿੱਚ ਦਫਨਾ ਦਿਓ, ਤੇ ਨਾਲ ਹੀ ਇਹਨਾਂ ਦੇ ਹਥਿਆਰ, ਇਹਨਾਂ ਦਾ ਕੋਈ ਹਥਿਆਰ ਨਹੀਂ ਰੱਖਣਾ ਆਪਾਂ, ਕੋਈ ਨਾ ਹਥਿਆਰ ਨਾ ਰੱਖਿਓ, ਸਾਰਾ ਸੋਨ ਵਿੱਚ ਸਿੱਟ ਦਿਓ। ਸਿੱਖਾਂ ਨੇ ਉਹਨਾਂ ਸਰੀਰਾਂ ਨੂੰ ਚੱਕ ਚੱਕ ਕੇ ਉਹ ਖੂਹ ਵਿੱਚ ਸਿੱਟਣੇ ਸ਼ੁਰੂ ਕੀਤੇ, ਹਥਿਆਰ ਵੀ ਸਿੱਟ ਰਹੇ ਆ। ਲੱਲਾ ਬੇਗ ਜਰਨੈਲ ਦੀ ਇੱਕ ਤਲਵਾਰ ਸੀ ਬੜੀ ਕੀਮਤੀ, ਤੇ ਇੱਕ ਸਿੱਖ ਨੇ ਉਹ ਤਲਵਾਰ ਆਪਣੇ ਗਲੇ 'ਚ ਪਾ ਕੇ ਤੇ ਚੋਲੇ ਦੇ ਹੇਠਾਂ ਕਰ ਲਈ, ਲੁਕੋ ਲਈ, ਵੀ ਪਾਤਸ਼ਾਹ ਨੂੰ ਕਿਵੇਂ ਪਤਾ ਲੱਗਣਾ। ਉਹ ਤਾਂ ਦਿਲਾਂ ਦੀਆਂ ਬੁੱਝਦਾ ਤੋਂ ਕੱਪੜੇ ਥੱਲੇ ਕੀਤੀ ਆ। ਪਾਤਸ਼ਾਹ ਫਿਰ ਕਹਿੰਦੇ ਸਿੱਖੋ ਇਹ ਕੋਈ ਚੀਜ਼ ਤਾਂ ਰੱਖੀ ਇਹਨਾਂ ਦੀ? ਨਹੀਂ ਮਹਾਰਾਜ। ਸੱਦ ਲਿਆ, ਕਹਿੰਦੇ ਔਰੇ ਆ, ਤੇਰੇ ਕੋਲੇ ਕੀ ਹੈ? ਨਹੀਂ ਕੁਛ ਨਹੀਂ ਜੀ। ਕੋਈ ਹਥਿਆਰ ਹੈ ਤੇਰੇ ਕੋਲੇ? ਮੈਨੂੰ ਲੱਗਿਆ ਨਹੀਂ ਜੀ, ਨਹੀਂ ਮੈਂ ਨਹੀਂ ਲੁਕੋਇਆ। ਪਾਤਸ਼ਾਹ ਕਹਿੰਦੇ ਚੋਲੇ ਥੱਲੇ ਕਿਰਪਾਨ ਲੁਕੋਈ ਆ ਤੂੰ, ਤੈਨੂੰ ਮੈਂ ਕਹਤਾ ਬੇਸੜ ਦੇ ਸਾਰੀਆਂ, ਉਹਨੇ ਤੁਹਾਡੇ ਪੇਟ ਪੈ ਗਈ। ਪਾਤਸ਼ਾਹ ਦੇ ਬਚਨ ਸਦਕਾ ਉਹਨਾਂ ਦੀ ਕੁੱਲ ਵਿੱਚ ਉਹ ਕਿਰਪਾਨ ਦੇ ਕਾਰਨ ਇੱਕ ਅੱਧਾ ਬੰਦਾ ਕਤਲ ਹੋ ਕੇ ਮਰਦਾ ਰਿਹਾ। ਕੋਈ ਸਤਨਾਮ ਸ੍ਰੀ ਗਲਤੀ ਪਾਤਸ਼ਾਹ ਨੇ ਕਿਹਾ ਤਾਂ ਕੋਈ ਕਾਰਨ ਆ ਉਹਦੇ ਪਿੱਛੇ। ਇਸ ਕਰਕੇ ਗੁਰੂ ਪਿਆਰਿਓ, ਪਾਤਸ਼ਾਹ ਜੀ ਕਹਿੰਦੇ ਬੰਦਾ ਗਲਤੀਆਂ ਕਰਦਾ, ਫਿਰ ਉਹਨਾਂ ਨੂੰ ਖਤਮ ਕਰਨ ਵਾਸਤੇ ਤੀਰਥਾਂ ਦੇ ਨਹਾਉਂਦਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾਮ ਵੀ ਕੇਵਲ ਵਾਹਿਗੁਰੂ ਮੂੰਹ ਨਾਲ ਕਹਿਣਾ ਨਹੀਂ, ਜਦੋਂ ਅਸੀਂ ਗੁਰਮੰਤਰ ਦਾ ਜਾਪ ਕਰਾਂਗੇ ਸਾਡੇ ਦਿਮਾਗ ਦੀਆਂ ਬਰੀਕ ਤੋਂ ਬਰੀਕ ਨਾੜੀਆਂ ਐਕਟੀਵੇਟ ਹੁੰਦੀਆਂ, ਚਲਦੀਆਂ, ਖੁੱਲ੍ਹਦੀਆਂ, ਫਿਰ ਸਾਡੇ ਅੰਦਰ ਗਿਆਨ ਪੈਦਾ ਹੁੰਦਾ। ਉਹ ਗਿਆਨ ਸਾਨੂੰ ਗਲਤੀਆਂ ਤੋਂ ਰੋਕਦਾ। ਜਦੋਂ ਬੰਦਾ ਗਲਤੀਆਂ ਕਰਨੋਂ ਹਟ ਗਿਆ ਫਿਰ ਆਪੇ ਕਰਮ ਖਤਮ ਹੋਣੇ ਸ਼ੁਰੂ ਹੋ ਗਏ। ਕੋ ਸਤਨਾਮ, ਚੰਗੇ ਕਰਮ ਕਰਾਂਗੇ ਤੇ ਮਾੜੇ ਖਤਮ ਹੋ ਜਾਣਗੇ। ਜਿਸ ਤਰ੍ਹਾਂ ਸੱਜਣ ਠੱਗ ਨੂੰ ਪਾਤਸ਼ਾਹ ਜੀ ਨੇ ਐਨ ਮੌਕੇ 'ਤੇ ਫੜਿਆ, ਪਹਿਲਾਂ ਸਬੂਤ ਬਣਾਇਆ। ਇਸ ਵੇਲੇ ਸਤਿਗੁਰਾਂ ਦੇ ਨਾਲ ਮਰਦਾਨੇ ਦਾ ਪੁੱਤਰ ਹੈ ਸ਼ਹਿਜ਼ਾਦਾ, ਤੇ ਸ਼ਹਿਜ਼ਾਦੇ ਨੂੰ ਪਿੰਡੋਂ ਲੈ ਕੇ ਗਏ ਸੀ ਨਨਕਾਣਾ ਸਾਹਿਬ ਤੋਂ। ਕਹਿਣ ਲੱਗੇ ਪੁੱਤਰਾ ਚੱਲ, ਤੇਰਾ ਪਿਤਾ ਜਿਹੜਾ ਉਹ ਤਾਂ ਸਰੀਰ ਛੱਡ ਗਿਆ ਖੁਰਮੇ ਸ਼ਹਿਰ 'ਚ, ਚੱਲ ਤੈਨੂੰ ਉੱਥੇ ਮਿਲਾ ਦਈਏ, ਜਾ ਕੇ ਉੱਥੇ ਵਿਖਾ ਦਈਏ, ਜਾਂ ਉੱਥੇ ਵਸ ਜੋ, ਘਰ ਉੱਥੇ ਪਾ ਲਓ। ਸ਼ਹਿਜ਼ਾਦੇ ਨੂੰ ਲਈ ਜਾਂਦੇ ਆ। ਰਾਜ ਕਹਿੰਦੇ ਸ਼ਹਿਜ਼ਾਦੇ ਆ ਤੈਨੂੰ ਅਸੀਂ ਸਰੋਪਾ ਦੇਣਾ, ਬਈ ਕਿਵੇਂ ਦਈਏ?
ਉਸੇ ਸੁਭਾਅ ਕਹਿੰਦਾ ਜਿਵੇਂ ਮੇਰੇ ਬਾਪੂ ਨੇ ਦਿੱਤਾ ਹੀ ਮੈਨੂੰ ਦੇ ਦਿਓ। ਕਹੋ ਸਤਨਾਮ ਸ੍ਰੀ। ਹੁਣ ਬਾਪੂ ਤਾਂ ਉਹਦਾ ਕਈ ਵਾਰੀ ਫਸਾਇਆ ਤੇ ਕਈ ਵਾਰੀ ਕੱਢਿਆ ਬਾਬੇ ਨਾਨਕ ਨੇ, ਕਿਉਂਕਿ ਲੋੜ ਸੀ ਬਾਬੇ ਨਾਨਕ ਦੀ ਕੋਈ ਨਾ ਕੋਈ ਸਬੂਤ ਬਣਾਉਣਾ, ਤੇ ਮਰਦਾਨੇ ਦੇ ਰਾਹੀਂ ਬਣਾਉਂਦੇ ਸੀ। ਕਹੋ ਸਤਨਾਮ। ਤੇ ਅੱਜ ਸ਼ਹਜ਼ਾਦਾ, ਤੇ ਸ਼ਹਜ਼ਾਦਾ ਵੀ ਕਹਿੰਦਾ ਤਲੰਬੇ ਸ਼ਹਿਰ ਜਾ ਕੇ ਜਿੱਥੇ ਸੱਜਣ ਠੱਗ ਰਹਿੰਦਾ, ਕਿਤੇ ਬਾਹਰ ਬੈਠੇ ਆ, ਕਹਿੰਦਾ ਜੀ ਭੁੱਖ ਜੀ ਲੱਗੀ ਸੀ, ਪਾਤਸ਼ਾਹ ਨੇ ਭੁੱਖ ਪੈਦਾ ਕਰਤੀ। ਬਾਦਸ਼ਾਹ ਕਹਿੰਦੇ ਛਕਿਆ ਜਾਇਆ, ਪਿੰਡ ਵਿੱਚ ਕੋਈ ਧਰਮਸ਼ਾਲਾ ਇੱਥੇ ਉੱਥੇ ਜਾਇਆ। ਪੁੱਛਦਾ ਪੁੱਛਦਾ ਧਰਮਸ਼ਾਲਾ ਪਹੁੰਚ ਗਿਆ। ਚਿੱਟੀ ਧਰਮਸ਼ਾਲਾ ਹੈ, ਉਹਦੇ ਬਾਰ ਵਿੱਚ ਉਹਦਾ ਮਾਲਕ ਬੈਠਾ, ਮੁਖੀ ਬੈਠਾ, ਚਿੱਟੇ ਚਿੱਟੇ ਕੱਪੜੇ ਪਾਏ ਆ, ਚਿੱਟੇ ਰੰਗ ਦੀ ਮਾਲਾ ਫੜੀ, ਹੱਥ 'ਚ ਮਲਮਲ ਦੀ, ਉਹਨੂੰ ਘੁਮਾਈ ਜਾਂਦਾ ਰੇਸ਼ਮ ਦੀ। ਬਾਬਾ ਜੀ ਪ੍ਰਸ਼ਾਦਾ ਛਕਣਾ ਸੀਗਾ। ਅੱਛਾ ਭਾਈ ਆਓ ਆਓ। ਕਿੱਥੋਂ ਆਏ ਜੀ? ਪੰਜਾਬੋਂ ਆਏ ਆ। ਅੱਛਾ ਉਹ ਮੁੰਡਿਓ, ਹਾਂ ਪੰਜਾਬੋਂ ਆਇਆ, ਕੋਈ ਮਹਾਂਪੁਰਖਾਂ ਦੇ ਨਾਲ ਇਹਨੂੰ ਸੇਵਾ ਕਰੋ। ਉਹ ਲੈ ਗਏ ਅੰਦਰ, ਕਰਤੀ ਸੇਵਾ। ਜਿਹੜੇ ਕੱਪੜੇ ਸੀ ਉਹ ਲਵਾ ਲਏ, ਸੋਹਣੇ ਪਾਏ ਹੋਏ ਸਮਾਨ ਸੀ ਉਹ ਲੈ ਲਿਆ, ਖੋਲਿਆ ਤੇ ਮੁਸ਼ਕਾਂ ਬੰਨ੍ਹ ਕੇ ਬਿਠਾਤਾ ਅੰਦਰ। ਮੂੰਹ ਤੇ ਕਾਲਸ ਫੇਰਤੀ, ਪਤਾ ਨਹੀਂ ਲੱਗੇ ਵੀ ਕੌਣ ਹੈ ਇਹ। ਤੇ ਬਾਬਾ ਜੀ ਨੇ ਉਡੀਕਿਆ, ਨਾਲ ਦੇ ਸਾਥੀ ਨੂੰ ਕਹਿੰਦੇ, ਤੀਜਾ ਜਿਹੜਾ ਸਾਥੀ ਹੈ ਨਾਲ, ਉਹਨੂੰ ਕਹਿਣ ਲੱਗੇ ਮਿੱਤਰਾ ਸ਼ਹਜ਼ਾਦਾ ਤਾਂ ਫਸ ਗਿਆ। ਫਸਣਾ ਸੀ, ਤੁਸੀਂ ਭੇਜਿਆ ਮਹਾਰਾਜ, ਚੱਲ ਛਡਾ ਕੇ ਲਿਆ ਜੀ। ਧਰਮਸ਼ਾਲਾ ਦੇ ਬਾਹਰ 'ਚ ਆ ਗਏ, ਮਾਲਾ ਨੂੰ ਗੇੜਾ ਦੇਈ ਜਾ ਰਿਹਾ ਹੈ। ਪਾਤਸ਼ਾਹ ਕਹਿੰਦੇ ਕਿਵੇਂ ਸੱਜਣਾ? ਆਓ ਮਹਾਰਾਜ ਪ੍ਰਸ਼ਾਦਾ ਛਕਣਾ? ਕਹਿੰਦੇ ਨਹੀਂ, ਪ੍ਰਸ਼ਾਦਾ ਸਾਡਾ ਛਕਿਆ ਹੋਇਆ, ਸਾਡਾ ਇੱਕ ਬੰਦਾ ਆਇਆ ਸੀ ਇੱਥੇ। ਇੱਥੇ ਕੋਈ ਬੰਦਾ ਨਹੀਂ ਆਇਆ, ਆਇਆ ਅਸੀਂ ਭੇਜਿਆ ਪ੍ਰਸ਼ਾਦਾ ਛਕਣ, ਉਹ ਆਇਆ ਸੀਗਾ। ਕਹਿੰਦੇ ਨਾ, ਆਪਣੇ ਸਾਥੀ ਭਾਈ ਬਾਲਾ ਜੀ, ਉਹਨੂੰ ਕਹਿੰਦੇ ਜਾ ਬਾਲਿਆ ਦੇਖ ਕੇ ਅੰਦਰ ਧਰਮਸ਼ਾਲਾ 'ਚ ਬੈਠਾ ਹੋਣਾ। ਜਦੋਂ ਅੰਦਰ ਗਏ ਭਾਈ ਬਾਲਾ ਜੀ, ਕਹਿੰਦੇ ਸ਼ਹਜ਼ਾਦਾ ਅੰਦਰ ਬੈਠਾ, ਆਪਣਾ ਬੰਨ੍ਹ ਕੇ ਮੁਸ਼ਕਾਂ ਮਨਾ ਕੇ ਬੈਠਾ ਹੈਗਾ, ਮੂੰਹ ਤੇ ਕਾਲਸ ਫੇਰੀ ਹੈ। ਔਰ ਪਛਾਣ ਲਿਆ ਉਸ ਸ਼ਹਜ਼ਾਦੇ ਨੇ ਵੀ ਆ ਗਿਆ ਬਾਬੇ ਨਾਨਕ ਦਾ ਮਿੱਤਰ ਦੂਸਰਾ। ਕਹਿਣ ਲੱਗੇ ਵੀ ਮੈਂ ਆ ਬੈਠਾ। ਅੱਛਾ ਆਹ ਹਾਲਤ ਤੇਰੀ? ਫੜ ਕੇ ਬਾਹੋਂ ਬਾਹਰ ਲਿਆਂਦਾ, ਮੁਸ਼ਕਾਂ ਖੋਲ ਕੇ, ਲਓ ਜੀ ਆ ਬੈਠਾ। ਕਹਿੰਦੇ ਉਹ ਸੱਜਣਾ ਆਹ ਧਰਮਸ਼ਾਲਾ ਤੇਰੀ, ਤੂੰ ਆਹ ਕੰਮ ਕਰਦਾ? ਬਾਹਰੋਂ ਬੜੇ ਸੋਹਣੇ ਚਿੱਟੇ ਕੱਪੜੇ ਪਾਏ ਆ, ਗਲੀ ਜਿਨ੍ਹਾਂ 'ਚ ਮਾਲੀਆਂ ਲੋਟੇ, ਹੱਥ ਨੇ ਬੱਗ, ਚਿੱਟੇ ਜਿਣਕੇ ਕੱਪੜੇ, ਚਿੱਟੇ ਕੱਪੜੇ ਆ, ਲੰਮੀ ਮਾਲਾ ਫੜੀ ਹੈ ਰੇਸ਼ਮ ਦੀ, ਚਿੱਟੇ ਰੇਸ਼ਮ ਦੀ, ਚਿੱਟੀਆਂ ਪੱਗਾਂ ਬੰਨੀਆਂ, ਚਿੱਟੇ ਚੋਲੇ ਪਾਏ ਆ। ਉਹ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਇਹ ਕਬੀਰ ਸਾਹਿਬ ਜੀ ਨੇ ਵੀ ਟੱਕਰੇ ਆ ਕਈ ਵਾਰੀ ਪਹਿਲਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੱਜਣਾ ਆਹ ਕੀ ਹੈ? ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਇਹ ਬਾਹਰੋਂ ਚਿੱਟਾ ਹੋਣ ਦਾ ਕੀ ਫਾਇਦਾ, ਤੂੰ ਅੰਦਰ ਕਾਲਸ ਭਰੀ ਫਿਰਦਾ। ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਬਾਹਰੀ ਤੌਰ ਤੇ ਮਨੁੱਖ ਦੇ ਵਾਸਤੇ ਹੈ, ਤੇ ਇਹਦਾ ਜੇ ਅਰਥ ਦੂਜਾ ਕਰੀਏ ਤੇ ਕਾਂਸੀ, ਕਹਿਹਾਂ ਕਾਂਸੀ ਨੂੰ ਕਹਿੰਦੇ ਆ। ਕਾਂਸੀ ਦੇ ਭਾਂਡੇ ਨੂੰ ਮਾਂਜ ਦਿਓ, ਸਮਾਰ ਕੇ ਮਾਂਜ ਦਿਓ, ਧੋ ਦਿਓ, ਸੁੱਕ ਮਾਂਜ ਕਰ ਦਿਓ, ਫਿਰ ਤੁਸੀਂ ਉਸ 'ਤੇ ਗੂਠਾ ਫੇਰਿਓ, ਗੂਠਾ ਫਿਰ ਕਾਲਾ ਹੋ ਜਾਊਗਾ। ਕਹੋ ਸਤਨਾਮ। ਇਹ ਮਨੁੱਖ ਦਾ ਮਨ ਐਸਾ ਕਾਂਸੀ ਵਰਗਾ ਕਾਲਾ ਹੈ। ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਫਿਰ ਨੀਵੀਂ ਪੈ ਗਈ ਉਹ ਸੱਜਣ ਠੱਗ ਦੀ। ਤੇ ਪਾਤਸ਼ਾਹ ਨੇ ਉਹਦੇ ਸਾਰੇ ਭੇਤ ਖੋਲ੍ਹਤੇ। ਕਹਿੰਦੇ ਐਦੋਂ ਪਹਿਲਾਂ ਕਿੰਨੇ ਬੰਦੇ ਮਾਰੇ ਆ ਤੂੰ? ਲੋਕਾਂ ਨੂੰ ਮਾਰ ਕੇ, ਠੱਗੀਆਂ ਮਾਰ ਕੇ ਇੱਥੇ ਫਸਾਉਣਾ, ਇਹ ਜਾਲ ਬਣਾਇਆ। ਇਹ ਜਾਲ ਵਿੱਚ ਲੋਕਾਂ ਨੂੰ ਫਸਾ ਕੇ ਜਿਹੜੇ ਬੜਾ ਮਿੱਠਾ ਬੋਲਦਾ ਹੈ। ਧਰਮਸ਼ਾਲਾ ਦੇ ਪਾਰਟੀਸ਼ਨ ਕੀਤੇ ਆ, ਵਿਚਾਲੇ ਕੰਧ ਕੱਢ ਕੇ ਇੱਧਰ ਮਸਜਿਦ ਬਣਾਈ ਹੈ, ਇੱਧਰ ਮੰਦਿਰ ਬਣਾਇਆ ਸੀ। ਦੋ ਹੀ ਸੀ ਨਾ ਪਹਿਲਾਂ ਧਰਮ। ਜੇ ਕੋਈ ਹਿੰਦੂ ਆਉਂਦਾ ਮੰਦਿਰ ਵਾਲੇ ਪਾਸੇ ਕਮਰੇ 'ਚ ਪਾ ਦਿੰਦਾ,
ਮੁਸਲਮਾਨ ਮਸੀਤ ਵਾਲੇ ਤੇ ਰਾਤ ਨੂੰ ਉਹਦਾ ਸਮਾਨ ਲੁੱਟ ਕੇ ਪਿੱਛੇ ਖੂਹ ਬਣਾਇਆ ਤੇ ਚੱਕ ਕੇ ਖੂਹ ਵਿੱਚ ਮਾਰਦੇ। ਕਹੋ ਸਤਨਾਮ ਸਿੰਘ। ਤੇ ਪਾਤਸ਼ਾਹ ਜਾਨੀ ਜਾਨ ਸਰਬ ਕਲਾ ਸਮਰੱਥ ਸੱਜਣ ਠੱਗ ਦਾ ਭੇਤ ਖੁੱਲਿਆ ਜਦੋਂ, ਫਿਰ ਡਿੱਗ ਪਿਆ ਪੈਰਾਂ ਵਿੱਚ। ਕਹਿੰਦਾ ਜੀ ਗਲਤੀ ਹੋ ਗਈ, ਮਾफ़ ਕਰ ਦਿਓ। ਕਹਿੰਦੇ ਮਾफ़ ਕਿਵੇਂ ਹੋਵੇਗਾ, ਐਡੀਆਂ ਐਡੀਆਂ ਗਲਤੀਆਂ ਕਰਦਾ ਤੂੰ। ओजल कैहा चिलकना घोटम कालनी मस, धोतिया जूठना उपर उतरै जी सौ धोवा तिस। सज्जन सही सज्जना मैं चलदिया नाल चलन, जिथे लेखा मंगी है तिथे खड़े दिसन। एक कर्म है ना जिहड़ा, एक कर्म मित्र, कर्म रूपी सज्जन। बंदे दे तीन सज्जन है, एक माया, ये जिउंदे जिउंदे दी है, मरण तो बाद किसी दी नहीं। दूजा मित्र है रिश्तेदार, साक संबंधी, धीआं पुत्र, सारा कोड़मा। ये उन्ना चिर मित्र है जिन्ना चिर इहदा संस्कार नहीं हो जाता। संस्कार ते सारे डक्के तोड़ के सिट देंदे आ, ना तू साडा ना असीं तेरे, जा जिधरों आया। कोई सतनाम सी अपनी नवेड़। क्योंकि लोग डरते हैं ना कि भूत बन के ना आज जे प्यार किया था। वो डक्का तोड़न का मतलब साडा तेरे नाल कोई मोह नहीं, तू जा। मोह का डक्का तोड़िया हो। ते तीजा मित्र है कर्म, तीजा सज्जन है कर्म। ये सज्जन चंगा कर्म होवेगा तो दरगाह में छड़ा देवेगा, माड़ा होवेगा तो फसा देवेगा। ये नहीं मुकरदा। कहो सतनाम सी। सज्जन सही सज्जना मैं चलदिया नाल चलन, जिथे लेखा मंगी है तिथे खड़े दिसन। बंदे दे कर्म ही सज्जन हैं असल में। तो बाबा जी कहते वो माड़े कर्मा करके ही बंदा जमदा मरदा, जमदा मरदा फिरदा। खतियो जमे खते कन तै खत्तियां विच पाहे, धोते मूल ना उतरै जे सौ धोवन पाहे। भावें कोई 68 तीर्थां का इशनान करे आवे, जे माड़े काम नहीं छड्डदा फिर उसनूं कोई नहीं बचा सकता। तो बहुत सारे साध जेलों च बैठे आ। बाहरों तो साध सी ओह लोकां दी निगाह च, बाहर बह तपा कहाए, अंदर बह तपा पाप कमाए। तीजे पातशाह दे बचन है गुरबाणी दे विच। ते इहो जे तपे, पहलां तपा करनी, हुण साधु कह दिंदे आ, हुण संत कह दिंदे आ। संत शब्द तां नाम जपने वालियां वास्ते सी, पर लोकां ने इहदी भी नकल उतार ली, नकल बनाती। जिन्ना सास गिरास न बिसरै, हर नामा मन मंत। धन से सही नानका पूर्ण सोई संत। इन्ना उन्हां संतां दी गल सी, पर संत दे भेस विच ठग पैदा हो गए सज्जन वर्गे। और उन्हां दा जेलां विच जाण दा कारण उन्हां दे कर्म चंगे नहीं सी। को सतनाम सी। जिद्दे उन्हां दे कर्म प्रगट होए, हर अंदरला पाप पंचानो उगा कर वेखालिया। उगा कर प्रगट हो गया। जिहड़ा इन्हां तपियां दा पखंडी साधां दा अंदरला माड़ा कर्म सीगा, जिहड़ा दुनिया तो ओले करदे सीगे, बंद कमरियां में जदों प्रगट होया, हर पंचानो उगा कर वेखालिया। फिर सब गया तपे का घालिया। जिन्नी ओदी लोकां विच वडियाई सी सारी खत्म हो गई। कहो सतनाम श्री। थू थू होण लगी, कहंदे वो ये तां साध नहीं, ये तां पखंडी है। फिर धर्म राय जम कंकरां नूं आख छड्डिया, इस तपे नूं तिथे खड़ पायो, जिथे महा महा हथियार आ इहनूं उत्थे सिट्टियो। जिथे चंगी ठूहे डंग मारन, सप डंग मारन, जिथे इसनूं चंगे दुख मिलने नूं उत्थे लिजा के सिੱਟੋ। जिथे महा महा हथियार आ। फिर इस तपे दे मोहे कोई लगो ना ही, इहदी कोई मुलाकात कर ना जायो, इहनूं मिलन ना जायो कोई भी, सिੱਟਿਓ एक वारी उत्थे। ये सतगुरु है फटकारिया, ये गुरु घरों फटकारिया गया, रब वालों फटकारिया गया। खैर अगे चल गए आपां। कोई तीर्थां ते नहा के अपने औगणां नूं खत्म नहीं कर सकता जिन्ना चिर अपनी आदत नहीं बदलदा। सज्जन नूं ज्ञान दिता, सज्जन दे कोलों तुरन लगे। धन गुरु नानक देव जी सज्जन नूं सुधारता।
ਗਾਂ ਨੂੰ ਮਾਫੀ ਮੰਗ ਲਈ। ਪਾਤਸ਼ਾਹ ਕਹਿੰਦੇ, ਉਹ ਕਹਿੰਦਾ ਮੈਨੂੰ ਬਖਸ਼ ਦਿਓ। ਕਹਿੰਦੇ ਗਾਹਾਂ ਤੋਂ ਸੁਧਰ ਜਾ, ਤੇਰੇ ਪਿਛਲੇ ਗੁਨਾਹ ਮਾਫ ਕਰ ਦਿਆਂਗੇ, ਪਰ ਗਾਹਾਂ ਨੂੰ ਸੁਧਰ ਜਾ। ਜਦ ਗਾਹਾਂ ਨੂੰ ਸੁਧਰ ਗਿਆ, ਪਿਛਲੇ ਆਪੇ ਹੀ ਮਾਫ ਹੋ ਗਏ। ਕਹੋ ਸਤਨਾਮ, ਚੰਗੇ ਕਰ ਲਾ। ਹੁਣ ਸੱਜਣ ਸਹੀ ਸੱਜਣਾ, ਮੈਂ ਚਲਦਿਆਂ ਨਾਲ ਚਲਾਣ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਜਦ ਤੁਰਨ ਲੱਗੇ ਬਾਬਾ ਨਾਨਕ ਜੀ, ਫਿਰ ਸੱਜਣ ਕਹਿੰਦਾ ਮਰ ਕਦੋਂ ਫੇਰ ਮੇਲ ਹੋਣਗੇ, ਕਦੋਂ ਮਿਲਾਪ ਹੋਵੇਗਾ ਦੁਬਾਰਾ। ਬਾਬਾ ਜੀ ਕਹਿੰਦੇ ਜੇ ਗੁਣ ਹੋਵੇ ਗੰਠੜੀ ਹੈ, ਮਿਲੇਗਾ ਸੋਏ। ਮਿਲਿਆ ਹੋਏ ਨਾ ਵਿਛੜਿਆ, ਜੇ ਮਿਲਿਆ ਹੋਏ, ਜੇ ਕੋਈ ਮਾਲਕ ਨਾਲ ਮਿਲ ਜਾਵੇ ਉਹ ਫਿਰ ਵਿਛੜਦਾ ਹੀ ਨਹੀਂ। ਜੇ ਤੁਹਾਡੇ ਦਿਮਾਗ ਦੀ ਸੁਰਤ ਦੀ ਪੰਡ ਵਿੱਚ ਗੁਣ ਹੋਣਗੇ ਤਾਂ ਇਹ ਗੁਣ ਆਪਾਂ ਨੂੰ ਦੁਬਾਰੇ ਫਿਰ ਮਿਲਾ ਦੇਣਗੇ। ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਧੋਤਿਆਂ ਨਹੀਂ, ਗੁਰੂ ਦਾ ਗਿਆਨ ਲੈ ਕੇ ਮਾਫੀ ਮਿਲਣੀ ਆ। ਕਿਵੇਂ? ਨਾਨਕ ਬਖਸ਼ੈ ਬਖਸ਼ੀਐ, ਨਾਹੇ ਤਾਂ ਪਾਹੀ ਪਾਹੇ। ਪਾਹੀ ਕਹਿੰਦੇ ਆ ਜੁੱਤੀ ਨੂੰ। ਕਹਿੰਦੇ ਜੇ ਗੁਰੂ ਪਰਮੇਸ਼ਰ ਬਖਸ਼ ਲਵੇ ਤਾਂ ਬੰਦਾ ਬਖਸ਼ਿਆ ਜਾਵੇ, ਨਹੀਂ ਤਾਂ ਫਿਰ ਪੈਂਦੀਆਂ ਹੀ ਆ। ਕਹੋ ਸਤਨਾਮ ਸ੍ਰੀ। ਗਲਤੀਆਂ ਕਰਨ ਵਾਲਿਆਂ ਦੇ ਪੈਂਦੀਆਂ ਹੀ ਆ। ਇਹ ਤਾਂ ਗੁਰੂ ਕਿਰਪਾ ਕਰੇ, ਰੱਬ ਕਿਰਪਾ ਕਰੇ, ਪਰਮੇਸ਼ਰ ਕਿਰਪਾ ਕਰੇ। ਨਾਨਕ ਬਖਸ਼ੈ ਬਖਸ਼ੀਐ, ਨਾਹੇ ਤਾਂ ਪਾਹੀ ਪਾਹੇ, ਨਹੀਂ ਤਾਂ ਫਿਰ ਬਹੁਤ ਪੈਂਦੀਆਂ ਦਰਗਾਹ ਦੇ ਵਿੱਚ। ਜਾਂ ਸੱਜਣ ਠੱਗ ਦੇ ਸਾਹਮਣੇ ਇਹ ਸੀਨ ਰੱਖਿਆ ਨਾ, ਬਈ ਤਪਦੇ ਕੜਾਹਿਆਂ ਵਿੱਚ ਸਿੱਟਣਗੇ, ਤਪਦੇ ਥੰਮਾਂ ਨਾਲ ਬੰਨਣਗੇ, ਤੈਨੂੰ ਸੱਪਾਂ ਠੂਹਿਆਂ ਦੇ ਵਿੱਚ ਸਿੱਟਣਗੇ ਜਿੱਥੇ ਡੰਗ ਵੱਜਦੇ ਆ ਭਿਆਨਕ। ਜਦੋਂ ਇਹ ਸੀਨ ਵਿਖਾਇਆ ਸੱਜਣ ਠੱਗ ਨੂੰ ਕੰਬ ਗਿਆ। ਕਹਿੰਦਾ ਜੀ ਮਾਫ ਕਰੋ, ਮੈਂ ਤਾਂ ਖੂਹ ਭਰਤਾ ਬੰਦੇ ਮਾਰ ਮਾਰ ਕੇ। ਕਹੋ ਸਤਨਾਮ। ਆਪਣੀ ਔਗਣ ਸਾਹਮਣੇ ਰੱਖਤੇ। ਡਾਕਟਰ ਨੂੰ ਬਿਮਾਰੀ ਦੱਸੀਏ ਨਾ ਤਾਂ ਇਲਾਜ ਹੋ ਜਾਂਦਾ। ਅਸੀਂ ਬਿਮਾਰੀ ਨਹੀਂ ਦੱਸਦੇ, ਅਸੀਂ ਔਗਣ ਲੁਕਾਉਣੇ ਆ। ਇਹੀ ਦੱਸਦੇ ਆ ਮੈਂ ਇੰਨੇ ਪਾਠ ਕਰ ਲਏ ਬਾਬਾ, ਹੁਣ ਤਾਂ ਬਖਸ਼ ਦੇ। ਉਹ ਦੱਸਣ ਦੀ ਲੋੜ ਨਹੀਂ, ਉਹ ਤਾਂ ਪਤਾ ਇਸ ਨੂੰ। ਤੁਸੀਂ ਇਹ ਦੱਸੋ ਕਿ ਮੈਂ ਆਹ ਗਲਤੀ ਕਰਕੇ ਆਇਆ ਜੀ, ਮੈਨੂੰ ਮਾਫ ਕਰ ਦਿਓ। ਕਹੋ ਸਤਨਾਮ। ਮੈਥੋਂ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਹੋ ਗਈਆਂ। ਰੋਜ਼ ਸ਼ਾਮ ਨੂੰ ਪੈਂਦੇ ਹੋਏ ਅਰਦਾਸ ਕਰਕੇ ਕਹੀਏ ਮਹਾਰਾਜ ਜਿਨ ਵਿੱਚ ਜੇ ਕਿਸੇ ਦਾ ਦਿਲ ਦੁਖਾਇਆ ਗਿਆ, ਜੇ ਕਿਸੇ ਨੂੰ ਦੁੱਖ ਦਿੱਤਾ ਗਿਆ ਤਾਂ ਬਖਸ਼ ਲਿਓ, ਮਾਫ ਕਰਿਓ। ਫਿਰ ਤਾਂ ਭਾਵੇਂ ਬਖਸ਼ੀਏ ਜਾਈਏ, ਜੇ ਲੁਕਾਵਾਂਗੇ ਬਿਮਾਰੀ ਫਿਰ ਕੌਣ ਇਲਾਜ ਕਰੇਗਾ? ਭਾਵੇਂ ਗੁਰੂ ਜਾਣਦਾ ਹੀ ਆ, ਪਰ ਦੱਸਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਧੋਤੇ ਮੂਲ ਨਾ ਉਤਰੈ, ਜੇ ਸੋ ਧੋਵਨ ਪਾਹੇ। ਨਾਨਕ ਬਖਸ਼ੈ ਬਖਸ਼ੀਐ, ਨਾਹੇ ਤਾਂ ਪਾਹੀ ਪਾਹੇ। ਮਹੱਲਾ ਪਹਿਲਾ। ਅਗਲਾ ਸ਼ਲੋਕ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ। ਦੂਜਿਆਂ ਨੂੰ ਦੁੱਖ ਦਿੰਦਾ ਹੈ, ਆਪਦੇ ਵਾਸਤੇ ਸੁੱਖ ਭਾਲਦਾ ਹੈ। ਇਹ ਤੇਰਾ ਕਹਿਣਾ ਬੇਕਾਰ ਹੈ, ਨਹੀਂ ਮਿਲਣਾ। ਕਹੋ ਸਤਨਾਮ ਸ੍ਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿਸੇ ਨੂੰ ਦੁੱਖ ਨਾ ਦਿਓ, ਤੁਹਾਨੂੰ ਕਦੇ ਦੁੱਖ ਨਹੀਂ ਮਿਲੇਗਾ। ਪਰ ਜੇ ਤੂੰ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਮੰਗਦਾ ਹੈ, ਫਿਰ ਨਹੀਂ ਮਿਲਣਾ। ਕਹੋ ਸਤਨਾਮ ਸ੍ਰੀ। ਨਾਨਕ ਬੋਲਣ ਝਖਣਾ। ਝਖਣਾ ਹੁੰਦਾ ਹੈ ਸਾਡੀ ਮਾਲਵੇ ਦੀ ਬੋਲੀ ਚ ਐਵੇਂ ਭਕਾਈ ਮਾਰਨਾ, ਬੇਕਾਰ ਹੈ, ਫਾਇਦਾ ਨਹੀਂ। ਇਹ ਕਹਿਣ ਦਾ ਕਿ ਮੈਂ ਸੁਖੀ ਹੋ ਜਾਵਾਂ, ਕਿਉਂਕਿ ਤੂੰ ਦੁੱਖ ਦੇ ਰਿਹਾ ਹਜੇ ਲੋਕਾਂ ਨੂੰ। ਤੂੰ ਸੁੱਖ ਦੇਣਾ ਸ਼ੁਰੂ ਕਰ, ਤੇਰੇ ਕੋਲ ਸੁੱਖ ਆਉਣ ਲੱਗ ਜਾਣਗੇ। ਪਾਤਸ਼ਾਹ ਜੀ ਕਹਿੰਦੇ ਜਿਹੜੇ ਦੁੱਖ ਸਾਨੂੰ ਆ ਰਹੇ ਨੇ, ਇਹ ਵੀ ਸਾਡੇ ਹੀ ਕੀਤੇ ਕਿਸੇ ਕਰਮ ਦਾ ਫਲ ਹੈ। ਔਰ ਇਹਨਾਂ ਕਰਮਾਂ ਨੂੰ ਖਤਮ ਕੀਤਾ ਜਾ ਸਕਦਾ ਸੁਭਾਅ ਨੂੰ ਬਦਲ ਕੇ, ਜ਼ਿੰਦਗੀ ਨੂੰ ਬਦਲ ਕੇ। ਤੇ ਜ਼ਿੰਦਗੀ ਬਦਲਦਾ ਗੁਰੂ ਦਾ ਗਿਆਨ, ਗੁਰਬਾਣੀ ਦਾ ਗਿਆਨ ਸਾਨੂੰ ਬਦਲ ਸਕਦਾ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ। ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਤੇ ਦੁੱਖਾਂ ਦੇ ਵਿੱਚ ਵੀ ਉਹਦਾ ਸਿਮਰਨ ਕਰੀਏ, ਸੁੱਖਾਂ ਦੇ ਵਿੱਚ ਵੀ ਉਹਦਾ ਸ਼ੁਕਰੀਆ ਕਰੀਏ, ਹਰ ਵੇਲੇ ਅਰਦਾਸ ਕਰੀਏ। ਜੇ ਦੁੱਖ ਵੀ ਆਏ ਹੈ ਤੇ ਜੇ ਉਹਦੇ ਅੱਗੇ ਅਰਦਾਸ ਬੇਨਤੀ ਕਰੀਏ, ਉਹਦਾ ਸਿਮਰਨ ਕਰੀਏ, ਤੇ ਸਾਨੂੰ ਉਹਨੂੰ ਦੁੱਖ ਝੱਲਣ ਦੀ ਸ਼ਕਤੀ ਦੇ ਦਿੰਦਾ, ਸੂਲੀ ਦੀ ਸੂਲ ਬਣਾ ਦਿੰਦਾ, ਸਾਡੇ ਕਰਮ ਨੂੰ ਬਦਲ ਦਿੰਦਾ। ਪਰ ਜੇ ਅਸੀਂ ਕਰਮ ਹੀ ਨਹੀਂ ਬਦਲਾਂਗੇ, ਫਿਰ ਕਹਿਣਾ ਪਊਗਾ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ
अंधे एक ना लग गई जो बांस बजाई है फूक। जिमें चुल्हे वाली फूकनी विचों हवा लग जाती है, तेरे कन चों पई गल इधरों ते इधर दी लंघ जाती है। गुरु की करे, तू इनू अंदर तो लैके नहीं जाता गल नूं। कोई सतनाम सी फिर ही गल बननी है। जे हिरदे विच धारेगा, नहीं तो फिर जिन्ना मर्जी कह जा मैं सुखी हो जा, सुखी होना नहीं हो सकता जिन्ना चिर तू ओदी गल नहीं मनदा। वरना नानक बोलन झखना, दुख छड़ मंगिया सुख। सुख दुख दोए दर कपड़े, पहरे जाए मनुख। जिथे बोलन हारिया तिथे चंगी चुप। फिर फल अपने कर्मां दे भोग मना चित ला के। फिर जिहड़ा दुख आया उस परमेश्वर दे सिमरन दे नाल उहनूं भोगिया जा सकदा है, उस दुख नूं झल्लिया जा सकदा है। सिर तो खोपड़ी लवाउणी कोई सौखी जी गल नहीं, कंडा बजिया नहीं झल्लिया जाता। पर वो 22 दिन झल गया काहदे नाल? परमेश्वर दे सिमरन दे नाल। कोई सतनाम सी। भाई मनी सिंह जी का बंद कटिया गया, पर उस दुख नूं परमेश्वर दे सिमरन नाल झल गए। पातशाह कहंदे सुख ते दुख तां दो साडे बस्तर हन शरीर दे, जिन्हां नूं असीं समय समय ते पहनदे हां। सुख दुख दोए दर कपड़े, पहरे जाए मनुख। ये मनुख सुखां ते दुखां नूं शरीर ते धारण करदा है। सुखां विच शुक्रिया ते दुखां विच ओहदा भाना मन के उस नूं झल्लण दी शक्ति मंगीए। महाराज किरपा करो। जिथे बोलन हारी है तिथे चंगी चुप। जिथे सोडी गल नहीं चलती उत्थे चुप करके ही रहना ठीक है। अगे पातशाह जी कहते पौड़ी, चारे कुंडां देख अंदर भालिया। उस परिपूर्ण परमेश्वर परमात्मा नूं जिहड़ा साडे दुखां दी दवा है, जिहड़ा साडे दुखां नूं खत्म कर सकदा। धन गुरु नानक देव जी एक इलाके विच गए आ। जांदे जांदे एक परिवार दे कोल रुके आ। वो परिवार साधुआं दा, नाम जपण वालियां दा संगी सी, बड़ी सेवा करदा है। हफ्ता भर उन्हां दे घर रहे, जल पानी छकिया। जदों तुरन लगे कहंदे चंगा सिखा चलदे आ। हथ बन के खड़ गया। कहते जाते जाते पातशाह ने उन्हों की छन नूं जिहड़ा टंबा लग्या सी, वो टंबा पैर मार के सिट दिता तो वह छन डिग पई। ते जिस वेले छन डिग पई तो तुर गए चंगा। वो कुछ नहीं बोले, अगों हथ बन के खड़ा रहा। चलो महाराज नाल तुर पिया विदा कर। थोड़ी दूरी तक नाल गया तो अगों पातशाह ने मोड़ता, चंगा सिखा जा करे हुण। वो सिख तां घर वाल मुड़ आया तो मरदाना कहना महाराज हफ्ता भर इन्हें सेवा की बेचारे ने, तुसी आउंदे आउंदे उहदी झोपड़ी भी ढाह आए। कहना मैं खुशी वाला हो गया। वो तो को सत कहते खुश हो के घर ढाह देईदा। फिर वो नहीं, नवा पाउण वास्ते पुराना ढाउणा पैंदा। को सतनाम सी। ਉਹਦੀ ਛੰਨ ਢਾਹ के ਉਹਨੂੰ नवा घर बना देना। थोड़े चिर बाद वो सिख का नवा घर बन गया उत्थे। को सतनाम। भाव कई बारी इहो जी घटना भी घटदी है, सानू वो चंगी नहीं लगती, पर सियाणे कहते हैं कि सियाणे का कहा तो औले का खाधा मगरों पता लगता है। कई बारी परमेश्वर ने पता नहीं सानू की देना होवे, तां ते पातशाह कहते ਉਹਦੇ ਭਾਣੇ ਦੇ ਵਿੱਚ ही सुख है। भाना मन्ने सो सुख पाए, भाणे भी सुख पाएंदा। सुख दुख दोए दर कपड़े, पहरे जाए मनुख। ये बंदा जिहड़ा है सुखां ते दुखां रूपी कपड़ियां नूं पहनदा लैंदा है, वरदा रहिंदा। सुख आउंदे ते दुख जांदे रहिंदे आ। कदे दुख आया कदे सुख आया, पर गुरु की किरपा नाल इन्हां नूं झल्लिया जा सकदा है। सुख विच हंकारी नहीं होना, दुख विच निमाणे नहीं होना। अगे प्रीतम जी कहंदे इस लई उस परमेश्वर नूं मिलीए, गुरु नूं मिलीए। मैं उन्होंने लभण चलिया, चारे कुंडा देख कितों ही नहीं मिलिया। जदों कितों ना मिलिया अंदर भालिया, फिर मैं अंदर गया। आ नारद मुनि परमेश्वर का बड़ा अनिंद प्यारा भगत है। हर वेले बीणा मोढे ते ला के उहदी सिफत करदा रहिंदा। एक दिन उहदी भी इच्छा हुई यार परमेश्वर के दर्शन तां करिए किहो जिहा।
ਚੱਲ ਪਿਆ ਲੱਭਣ ਵਾਸਤੇ। ਕਈ ਥਾਵਾਂ 'ਤੇ ਤੁਰਿਆ ਫਿਰਦਾ, ਦਰਿਆਵਾਂ 'ਤੇ, ਪਹਾੜਾਂ 'ਚ, ਗੁਫਾਵਾਂ 'ਚ। ਥੱਕ ਗਿਆ, ਬਹਿ ਗਿਆ ਕਿਸੇ ਦਰਖਤ ਥੱਲੇ, ਵੀਣਾ ਲਾ ਕੇ ਫੇਰ ਸਿਫਤ ਕਰਨ ਲੱਗ ਪਿਆ ਮੋਢੇ ਨਾਲ। ਜਦੋਂ ਸਿਫਤ ਕਰਨ ਲੱਗਿਆ, ਨੇਤਰ ਬੰਦ ਹੋਏ ਤੇ ਨੇਤਰ ਖੁੱਲੇ ਤੇ ਕੀ ਵੇਖਦਾ, ਸਾਹਮਣੇ ਬੜਾ ਸੁੰਦਰ ਸਰੂਪ ਖੜਾ ਹੈ। ਮਹਾਰਾਜ ਤੁਸੀਂ ਪਰਮੇਸ਼ਰ? ਕਹਿੰਦੇ ਹਾਂ। ਮਹਾਰਾਜ ਤੁਸੀਂ ਕਿੱਥੇ ਰਹਿੰਦੇ ਹੋ? ਕਿਉਂ? ਮੈਂ ਤੁਹਾਨੂੰ ਤੜਕੇ ਦਾ ਲੱਭਦਾ ਫਿਰਦਾ। ਕਿੱਥੇ ਲੱਭਿਆ ਤੂੰ ਮੈਨੂੰ? ਕਹਿੰਦਾ ਆਏ ਪੁੱਛੋ ਮੈਂ ਕਿੱਥੇ ਨਹੀਂ ਲੱਭਿਆ। ਗੁਫਾਵਾਂ 'ਚ, ਪਹਾੜਾਂ 'ਚ, ਦਰਿਆਵਾਂ ਦੇ ਕਿਨਾਰੇ, ਤੀਰਥਾਂ ਦੇ ਕਿਨਾਰੇ, ਤੁਸੀਂ ਕਿਤੇ ਹੀ ਨਹੀਂ ਮਿਲੇ। ਉਹ ਕਹਿੰਦੀ ਉੱਥੇ ਮੇਰਾ ਕੀ ਕੰਮ ਆ? ਨਿਜ ਕਰ ਮੇਰੋ ਨਿਜ ਥਾਉ ਸਾਧ ਸੰਗ ਹੈ ਨਾਰਦ ਮੁਨ। ਉਹ ਨਾਰਦ ਮੁਨੀ ਮੈਂ ਤਾਂ ਉੱਥੇ ਰਹਿਣਾ ਜਿੱਥੇ ਮੇਰੀ ਸਿਫਤ ਕਰਦੇ ਆ। ਵੇਖ ਨਾ ਤੂੰ ਸਿਫਤ ਕੀਤੀ, ਮੈਂ ਉਹਦੀ ਆ ਗਿਆ। ਕਹੋ ਸਤਨਾਮ ਸੀ। ਤੂੰ ਲੱਭਦਾ ਫਿਰਦਾ ਸੀਗਾ, ਜਦੋਂ ਤੂੰ ਸਿਫਤ ਕਰਦਾ ਹੋਇਆ ਅੰਦਰ ਗਿਆ ਤੇ ਮੈਂ ਤੇਰੇ ਅੰਦਰੋਂ ਹੀ ਤੇਰੇ ਸਾਹਮਣੇ ਆ ਗਿਆ। ਧੰਨੇ ਨੂੰ ਅੰਦਰੋਂ ਹੀ ਮਿਲਿਆ, ਕਬੀਰ ਸਾਹਿਬ ਨੂੰ ਅੰਦਰੋਂ ਮਿਲਿਆ, ਨਾਮਦੇਵ ਨੂੰ ਅੰਦਰੋਂ ਹੀ ਮਿਲਿਆ। ਜਿਹਨੇ ਪਾਇਆ ਉਹਨੇ ਆਪਣੇ ਅੰਦਰੋਂ ਹੀ ਪਾਇਆ। ਗੁਰੂ ਪਿਆਰਿਓ, ਅੰਦਰ ਜਾਣ ਦੀ ਲੋੜ ਹੈ ਸਿਮਰਨ ਕਰਕੇ। ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅੰਦਰ ਜਾਣ ਦੀ ਲੋੜ ਹੈ। ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਜਦੋਂ ਅੰਦਰੋਂ ਮਿਲਿਆ, ਗਿਆਨ ਵੀ ਅੰਦਰੋਂ ਹੀ ਮਿਲਦਾ। ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਥੋੜਾ ਧਿਆਨ ਮਾਰਿਓ, ਅੰਦਰ ਇੱਕ ਬਰੀਕ ਜਿਹੀ ਆਵਾਜ਼ ਆਊਗੀ, ਬਈ ਗਲਤ ਹੈ ਨਾ ਕਰ। ਉਹ ਪਰਮੇਸ਼ਰ ਦੀ ਆਵਾਜ਼ ਹੀ ਹੈ, ਆਤਮਾ ਦੀ ਆਵਾਜ਼ ਹੈ। ਕਹੋ ਸਤਨਾਮ। ਉਹ ਰੋਕਦੀ ਆ, ਪਰ ਬੰਦਾ ਉਹਨੂੰ ਅਣਸੁਣੀ ਕਰਕੇ ਕਾਮ ਕ੍ਰੋਧ ਹੋਰਾਂ ਦੀ ਸੁਣ ਲੈਂਦਾ, ਇਹਨਾਂ ਪੰਜਾਂ ਦੀ ਸੁਣ ਕੇ ਤੇ ਉਹ ਕੰਮ ਕਰ ਦਿੰਦਾ, ਮੁੜ ਕੇ ਪਛਤਾਉਂਦਾ। ਖੱਤਿਓ ਜੰਮੇ ਫਿਰ ਟੇਢੀਆਂ ਜੂਨਾਂ ਵਿੱਚ ਜਾਂਦਾ, ਖੱਤੇ ਕੰਨ ਤੇ ਖੱਤਿਆਂ ਵਿੱਚ ਪਾਏ, ਫਿਰ ਜੰਮਣ ਚੱਕਰਾਂ 'ਚ ਪੈਂਦਾ। ਜਦੋਂ ਆਤਮਾ ਦੀ ਆਵਾਜ਼ ਨਹੀਂ ਸੁਣਦਾ। ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ। ਬਾਬਾ ਜੀ ਕਹਿੰਦੇ ਜਦੋਂ ਮੈਂ ਅੰਦਰ ਗਿਆ, ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਜਿਹਨੇ ਸਾਨੂੰ ਸਿਰਜਿਆ, ਜਿਹੜਾ ਅਲਖ ਹੈ, ਨਿਹਾਲਿਆ, ਮੈਂ ਉਹਨੂੰ ਅੰਦਰੋਂ ਵੇਖ ਲਿਆ। ਉਹਨੇ ਨਿਹਾਲ ਕਰ ਦਿੱਤਾ ਮੈਨੂੰ ਜਦੋਂ ਮੈਨੂੰ ਮਿਲ ਗਿਆ। ਉਹ ਜੜ ਭੁੱਲੇ ਰਾਹੋ ਗੁਰ ਵੇਖਾ ਲਿਆ। ਸਾਡੇ ਜੰਮਣ ਦੇ ਮਰਨ ਦੇ ਚੱਕਰਾਂ ਨੂੰ ਖਤਮ ਕਰਨ ਵਾਸਤੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਗੁਰੂ ਨੇ ਰਸਤਾ ਦੱਸਿਆ। ਚੱਲਿਆ ਸੋਧਣ ਧਰਤ ਲੁਕਾਈ। ਬਾਬਾ ਵੇਖਿਆ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸ ਆਈ। ਤੇ ਬਾਬੇ ਨੇ ਜਾ ਕੇ ਕੋਈ ਮੰਤਰ ਮਾਰੇ ਆ, ਕੋਈ ਜਾਦੂ ਮਾਰੇ ਆ? ਨਹੀਂ, ਲੋਕਾਂ ਨੂੰ ਗਿਆਨ ਦਿੱਤਾ ਚੰਗੇ ਤੇ ਮਾੜੇ ਦਾ। ਕੋਈ ਸਤਨਾਮ ਸੀ। ਚਾਰ ਉਦਾਸੀਆਂ ਲਾ ਕੇ ਗੁਰੂ ਪਿਆਰਿਓ, ਜਿੱਥੇ ਬ੍ਰਾਹਮਣ ਗਲਤ ਸੀ ਉੱਥੇ ਬ੍ਰਾਹਮਣ ਨੂੰ ਕਿਹਾ ਤੂੰ ਧਰਮ ਦਾ ਮੁਖੀ ਹੈ ਤੇ ਸਹੀ ਚੱਲ, ਤੇਰੀ ਚਾਹ ਗਲਤੀ ਹੈ। ਕਿੰਨੀਆਂ ਕੁ ਉਦਾਹਰਨਾਂ ਸੁਣਾਵਾਂ ਮੈਂ ਤੁਹਾਨੂੰ। ਜੇ ਜੋਗੀਆਂ ਨੂੰ ਮਿਲੇ ਤੇ ਜੋਗੀਆਂ ਦੀਆਂ ਗਲਤੀਆਂ ਦਸੀਆਂ, ਤੁਸੀਂ ਗਲਤ ਜਾ ਰਹੇ ਹੋ। ਗ੍ਰਸਤੀ ਲੋਕਾਂ ਨੂੰ ਘਰੋਂ ਬਾਹਰ ਕੱਢ ਰਹੇ ਹੋ ਕਿ ਰੱਬ ਨੂੰ ਪਾਉਣਾ ਤੇ ਜੰਗਲਾਂ 'ਚ ਆ ਜਾਓ, ਇਹ ਗਲਤ ਹੈ। ਬ੍ਰਾਹਮਣ ਨੂੰ ਕਹਿੰਦੇ ਹਨ ਤੂੰ ਗਲਤ ਹੈ। ਕਾਜੀ ਨੂੰ ਕਹਿੰਦੇ ਆ, ਭਾਵ ਰਾਜਨੀਤੀ ਵਾਲਿਆਂ ਨੂੰ ਵੀ ਕਹਿੰਦੇ ਆ, ਮੰਤਰੀਆਂ ਸੰਤਰੀਆਂ ਨੂੰ। ਕਾਜੀ ਜਿਹੜਾ ਰਾਜਨੀਤੀ 'ਚ ਆਉਂਦਾ, ਜਿਵੇਂ ਸਾਡੇ ਜੱਜ ਹੁੰਦਾ ਮੁਸਲਮਾਨਾਂ ਦੇ, ਕਾਜੀ ਹੁੰਦਾ ਫੈਸਲਾ ਕਰਨ ਵਾਲਾ। ਇਹਦਾ ਮਤਲਬ ਰਾਜਨੀਤੀ ਨੂੰ ਕਹਿੰਦੇ ਆ। ਕੀ ਕਹਿੰਦੇ ਨੇ? ਬ੍ਰਾਹਮਣ ਨਾਵੇ ਜੀਆਂ ਘਾਏ। ਬ੍ਰਾਹਮਣ ਵੇਦਾਂ ਦਾ, ਪੱਤਰੀ ਦਾ ਸਹਾਰਾ ਲੈ ਕੇ ਜੀਵਾਂ ਨੂੰ, ਮਨੁੱਖਾਂ ਨੂੰ ਲੁੱਟਦੇ ਆ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਰਾਜਨੀਤੀ ਵਾਲੇ ਰਿਸ਼ਵਤੀ ਹੋ ਗਏ। ਇਹ ਵੱਡੀ ਲੈ ਕੇ, ਪੈਸੇ ਲੈ ਕੇ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਰਦੇ ਹੈ। ਜਿਹੜਾ ਨੌਕਰੀ ਦੇ ਲਾਇਕ ਹੈ ਉਹਨੂੰ ਨੌਕਰੀ ਦੇਣ ਦੀ ਬਜਾਏ ਉਸ ਨਲਾਇਕ ਨੂੰ ਕੁਰਸੀ ਦੇ ਦਿੰਦੇ ਹੈ। ਨਲਾਇਕ ਨੂੰ ਨੌਕਰੀ ਦੇ ਦਿੰਦੇ ਆ ਪੈਸਿਆਂ ਦਾ ਟੈਚੀ ਲੈ ਕੇ। ਕਹੋ ਸਤਨਾਮ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਤੇ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ, ਉਜਾੜੇ ਕਾ ਬੰਦ। ਧਰਮ ਦੇ ਮੁਖੀ ਵੀ, ਰਾਜਨੀਤੀ ਵਾਲੇ ਵੀ, ਇਹ ਗੋਰਖਨਾਥ ਵਰਗੇ ਜੋਗੀ, ਇਹ ਜਿਹੜੇ ਹਨ ਲੋਕ, ਇਹ ਸਾਰੇ ਸੰਸਾਰ ਨੂੰ ਉਜਾੜਨ ਤੇ ਲੱਗੇ ਹੋਏ ਨੇ। ਬਾਬਾ ਜੀ ਕਹਿੰਦੇ
मैं अंदरों लभ्या, बाहर नहीं आ, वो अंदर है ज्ञान देने वाला, सब दे अंदर है, जो मर्जी लै लियो पर अंदरों मिलूगा। ओजड़ भुल्ले राहा गुर वेखालिया, वो तुहाडे अंदर वाला ज्ञान गुरु ने कृपा करके गुरबाणी विच लिख के भी देता बई इन्हां नूं मोटी मत वालियां नूं इत्थों ही समझ आ जाए, जे अंदरों ना समझ आया तो कोई सतनाम सी, क्योंकि साडी मत मोटी है ना सारियां दी, इस करके गुरु ने सानू लिख के देता, कहंदे इत्थों लै लिया करो। ओजड़ भुल्ले राहा गुर वेखालिया, सतगुर सच्चे वाहो सच संभालिया, वाहो धन है मेरा सतगुरु, धन है मेरा सच्चा सतगुरु, जिन्हें मैनू रस्ता दसिया ते मैनू सच की जान करती भी आ सच है। राजे जनक ने जदों ज्ञान दिता, वो राजे जनक नूं अष्टावक्र ने ज्ञान दिता, ना वो सच है ना ये सच है, आ सच है जो अपने आपे दे नाल है। तुहाडे अंदर सब तो सच्ची चीज़ किहड़ी है भला? तुहाडा सवास है, तुसीं सवास करके सब कुछ करदे हो। जिंदगी भर की कमाई नूं तुसीं जान बचाउण वास्ते मेरा सवास चलदा रहे डॉक्टरां नूं दे सकदे हो, कोई सतनाम, क्योंकि यही तो कीमती चीज़ है साडे अंदर, ते इन्हां नूं संभालिया नहीं। रैन गवाई सोए कह दिवस गवाया खाए, हीरे जैसा जन्मै कौडी बदले जाए, नाम न जानिया राम का मूड़े फिर पाछै पछताए रहे। आखिरी पंक्ति विच बाबा जी कहंदे, ओजड़ भुल्ले राहा गुर वेखालिया, सतगुर सच्चे वाहो सच संभालिया, पाया रतन घराहों, घराहों घर विचों ही, बाहरों नहीं अंदरों ही मिलना गा। रतन हीरा, रतन हीरे का काम है नेरे विच प्रकाश करना, ते ज्ञान का काम भी है अज्ञानता नूं भजाउणा, अज्ञानता का हनेरा खत्म करना। इस करके अंदरों मिलना, बाहर जाने की लोड़ नहीं। बंदे खोज दिल हर रोज ना, फिर परेशानी माहे, ये जो दुनिया सेहर मेला दस्तगिरी ना है, अंदरों मिलना है। पाया रतन घराहो, घर विचों ही मिल गया। दीवा बालिया, गुरु ने अंदर ज्ञान का दीवा जगाता, मैनू वो ज्ञान दिता, जदों मैं उहदे नाल जुड़िया तो मेरे अंदर प्रकाश हो गया। प्रकाश भाव ज्ञान हो गया। ज्ञान मतलब कि मैनू गुरबाणी की समझ आ गई कि मेरा गुरु कहंदा की है, कोई सतनाम सी। सूरज वाला धुप नहीं है, चंद्रमा वाला चानण नहीं है, ये शब्द का ज्ञान ये मिल गया मैनू, गुरु कृपा की। सच्चे शब्द सलाहे सुखीए सच वालिया, जिन्हों ने सच्चे शब्द नूं लै लिया तो फिर ये नाल सिफत सलाह की, बार बार रिपीट करना, शब्द नूं बार बार गाउणा, ये नाल की होगा, तुहानूं हौली हौली शब्द की समझ आ जाऊगी। ये सिफत सलाह भी है, ये तेरा मार्गदर्शन भी है। सच्चा शब्द सलाहे सुखीए सच वालिया, ते जिन्हां ने सच नूं ग्रहण कर लिया वो सुखी रहिंदे है। वो बंद बंद कट के भी सुखी है, खोपड़ी लहा के भी सुखी है, वो देग विच उबलदे भी सुखी है। पर जिन्हां ने सच नूं जान लिया पहला, उन्हां दी गल करदे आ, नहीं तो कंडा वजन ते भी दुखी आ, कोई सतनाम सी। एसी विच बैठे भी दुखी आ, नहीं तो गुरु कृपा करन। आखिरी पंक्ति विच बाबा जी कहंदे, निडरिया डर लग गर्भ से गालिया, निडरे ਜਿਹੜੇ निडर होए आ रब तो सच तो निडर है, भाव ਜਿਹੜੇ हंकारी लोग है वो रब तो डरते नहीं, मौत तो डरते। जे निडर हो गए ना, उन्होंने हंकार हो गया, वो हंकार दे विच ही गल जाते आ, कहो सतनाम। निडर आ डर लग गर्भ से गालिया, जो डरदा नहीं, मतलब हंकार है, जो हंकारी वो डरदा नहीं गा, जो डरदा नहीं गा वो अखर खत्म हो जाता है, वो ही गल जाता अपने हंकारे आ सो मारे आ। कछू ते खरगोश की दौड़, चलो आप दौड़ लाने आ, किले तो जाके हाजिर तक चलते हैं, चल पे। खरगोश नूं हंकार हो गया, वो मैं तो 2 छालां मारियां पहुँच जाऊँगा। कछू अपनी चाल चलता रहा, खरगोश विचाले जाके सौ गया, कहते चल आराम कर लिए, आप 1 छाल मार के फिर पहुँच जाएंगे। पर वैसी नींद आई, उत्थे ही सौ गया। कछू टकाने पहुँच गया, ये उठे उबड़वाह है, छाल मारी की वेखदा खरगोश कछू उत्थे बैठा, कहो सतनाम।
ਤੋ ਹੰਕਾਰੀ ਜਿਹੜੇ ਹਨ ਉਹ ਆਪਣੇ ਹੰਕਾਰਿਆ ਸੋ ਮਾਰਿਆ, ਹੰਕਾਰ ਨਾਲ ਮਾਰੇ ਜਾਂਦੇ ਆ। ਤੇ ਹੰਕਾਰ ਜਿਹੜੇ ਕਰਦੇ ਆ ਉਹ ਰੱਬ ਤੋਂ ਤੇ ਮੌਤ ਤੋਂ ਡਰਦੇ ਨਹੀਂ। ਨਾਵੋਂ ਭੁੱਲਾ ਜਗ ਫਿਰੈ ਬੇਤਾਲਿਆ, ਨਾਵ ਨੂੰ ਭੁਲਾ ਕੇ ਸੰਸਾਰ ਨਿਜ ਸਰੂਪ ਨੂੰ, ਨਿਜ ਸਰੂਪ ਦੇ ਤਾਲ, ਤਾਲ ਕੀ ਹੁੰਦਾ? ਸਰੋਵਰ। ਬੇਤਾਲ, ਤਾਲ ਦਾ ਦੂਸਰਾ ਅਰਥ ਹੈ ਆ ਜਦੋਂ ਸਾਜ਼ ਵਜਾਉਂਦੇ ਆ, ਬਾਜੇ ਵਾਲਾ ਤੇ ਢੋਲਕੀ ਵਾਲਾ, ਇਹਨਾਂ ਦੀ ਰਮਜ ਆਪਸ ਵਿੱਚ ਮਿਲਣੀ ਚਾਹੀਦੀ ਹੈ, ਇਹਨੂੰ ਵੀ ਤਾਲ ਕਹਿੰਦੇ ਆ। ਕੋ ਸਤਨਾਮ ਸੀ, ਜੇ ਨਾ ਮਿਲਣ ਤੇ ਫਿਰ ਬੇਤਾਲੇ ਹੋ ਗਏ। ਇਸੇ ਤਰ੍ਹਾਂ ਨਿਜ ਸਰੂਪ ਇੱਕ ਸਾਡਾ ਤਾਲ ਹੈ, ਸਰੋਵਰ ਹੈ, ਮਾਨ ਸਰੋਵਰ ਹੈ। ਇਹ ਮਨੁੱਖ ਅੱਖਾਂ ਚੋਂ ਨਿਕਲ ਤੇ ਦੁਨੀਆ ਵਿੱਚ ਗਵਾਚ ਗਿਆ, ਬੇਤਾਲਾ ਹੋ ਗਿਆ, ਨਿਜ ਸਰੂਪ ਦੇ ਸਰੋਵਰ ਨੂੰ ਛੱਡ ਗਿਆ। ਕੋ ਸਤਨਾਮ ਸੀ, ਇਹਨੂੰ ਪਤਾ ਹੀ ਨਹੀਂ ਕਿ ਮੇਰਾ ਸਭ ਕੁਝ ਮੇਰੇ ਨਾਲ ਹੈ। ਕਾਹੇ ਰੇ ਬਨ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਪੋਪ ਮਦ ਜਿਉ ਬਾਸ ਬਸਤੈ, ਮੁਕਰਮੈ ਜੈਸੇ ਸ਼ਾਹੀ। ਸ਼ਾਹੀ ਤੈਸੇ ਹੀ ਹਰ ਵਸੈ, ਨਿਰੰਦਰ ਘਾਟੀ ਖੋਜੋ ਭਾਈ। ਐਸੀ ਪਵਿੱਤਰ ਸ਼ਬਦ ਦੇ ਵਿਚਾਰ ਪੌੜੀ ਸੰਪੂਰਨ ਹੋਈ। ਅਗਲਾ ਸ਼ਲੋਕ ਚੱਲਦਾ ਹੈ, ਭੈ ਵੀ ਜੰਮੈ ਭੈ ਮਰੈ, ਭੀ ਪਹੋ ਮਨ ਮੈਂ ਹੋਏ, ਨਾਨਕ ਭੈ ਵੇ ਜੇ ਮਰੇ, ਸਹਿਲਾ ਆਇਆ ਸੋਏ। ਇਹ ਸ਼ਬਦ ਦੇ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ